ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਟੀਮ ਨੂੰ ਬਹੁਤ ਖੁਸ਼ੀ ਹੈਗੀ, ਅਸੀਂ ਪਹੁੰਚੇ ਹੈਗੇ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ, ਜਿੱਥੇ ਸਾਡਾ ਜੁੜਿਓ ਹੈਗੇ ਇਸ ਗੁਰਦੁਆਰੇ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਪ੍ਰਧਾਨ ਢਿੱਲੋਂ ਸਾਹਿਬ। ਇਹਨਾਂ ਤੋਂ ਅਸੀਂ ਸ਼ੁਰੂ ਕਰੀਏ। ਢਿੱਲੋਂ ਸਾਹਿਬ, ਤੁਸੀਂ ਆਪਣੀ ਪਹਿਲਾਂ ਇੰਟਰੋਡਕਸ਼ਨ ਦੇਵੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਕੁਲਦੀਪ ਸਿੰਘ ਢਿੱਲੋਂ, ਮੁੱਖ ਸੇਵਾਦਾਰ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਤੋਂ। ਐਂਡ ਤੁਹਾਡੀ ਇਹ ਕੀ ਸੇਵਾ ਇੱਥੇ, ਤੁਸੀਂ ਕਿੰਨਾ ਚਿਰ ਹੋਇਆ ਤੁਹਾਨੂੰ ਸੇਵਾ ਕਰਦੇ ਹੋ ਇਸ ਗੁਰਦੁਆਰੇ ਸਾਹਿਬ ਇਸ ਸ਼ਹਿਰ ਦੇ ਵਿੱਚ? ਦਾਸ ਨੂੰ ਸੇਵਾ ਕਰਦਿਆਂ ਇਸ ਗੁਰੂ ਘਰ ਵਿੱਚ ਤਕਰੀਬਨ ਮੇਰਾ ਖਿਆਲ ਹੈ ਕਿ 10 ਤੋਂ 12 ਸਾਲ ਹੋ ਚੱਲੇ ਆ। ਪਹਿਲਾਂ ਦਾਸ ਟਰਸਟੀ ਵੀ ਰਿਹਾ ਵਾ, ਉਸ ਤੋਂ ਬਾਅਦ ਸੈਕਟਰੀ ਵੀ, ਜਨਰਲ ਸੈਕਟਰੀ ਦੀ ਸੇਵਾ ਨਿਭਾਈ ਆ। ਉਸ ਤੋਂ ਬਾਅਦ ਤੀਸਰਾ ਸਾਲ ਆ ਐਜ਼ ਏ ਮੁੱਖ ਸੇਵਾਦਾਰ ਸਿੱਖ ਕਲਚਰਲ ਸੁਸਾਇਟੀ। ਇੱਥੋਂ ਦੀ ਜੋ ਸਾਧ ਸੰਗਤ ਆ, ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ, ਕਿਉਂਕਿ ਉਹਨਾਂ ਦੀ ਜੋ ਇਹ ਸੇਵਾ ਦਿੱਤੀ ਆ ਇਹ ਉਹਨਾਂ ਦੀ ਕਿਰਪਾ ਵਾ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਵਾ। ਦਾਸ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਵਾ ਕਿ ਇੱਥੋਂ ਦੀ ਜਿੰਨੀ ਵੀ ਸਾਡੀ ਕਮਿਊਨਿਟੀ ਨੂੰ ਨਾਲ ਲੈ ਕੇ, ਸਾਧ ਸੰਗਤ ਨੂੰ ਨਾਲ ਲੈ ਕੇ ਜਿੰਨੇ ਵੀ ਕਾਰਜ ਆ ਅਸੀਂ ਸਾਰੇ ਰਲ ਮਿਲ ਕੇ ਇੱਕ ਦੂਸਰੇ ਦੇ ਸੰਯੋਗ ਨਾਲ ਕਰਦੇ ਹਾਂ। ਅਤੇ ਮੈਂ ਦੁਬਾਰਾ ਇਹਨਾਂ ਦਾ ਧੰਨਵਾਦੀ ਵੀ ਹਾਂ ਅਤੇ ਇਹੀ ਆਸ ਕਰਦਾ ਵਾਂ ਕਿ ਦੇਖੋ ਜਿਹੜੀ ਇਹ ਗੁਰੂ ਘਰਾਂ ਦੀ ਸੇਵਾ ਹੁੰਦੀ ਆ, ਇਹਦੇ 'ਚ ਕੋਈ ਪ੍ਰਧਾਨਗੀਆਂ ਨਹੀਂ ਹੁੰਦੀਆਂ, ਇਹ ਇੱਕ ਸੇਵਾ ਵਾ। ਕੋਈ ਵੀ ਵੀਰ ਜਿਹੜੇ ਸਾਡੇ ਪਹਿਲਾਂ ਵੀ ਇੱਥੇ ਸੇਵਾ ਕਰਕੇ ਗਏ ਆ, ਉਹ ਵੀ ਬਹੁਤ ਸ਼ਲਾਘਾਯੋਗ ਸੀ, ਅਤੇ ਜਿਨ੍ਹਾਂ ਨੇ ਆਉਣਾ ਵੀ ਆ, ਇਹੀ ਆ ਕਿ ਗੁਰੂ ਘਰ ਨੂੰ ਗੁਰੂ ਘਰ ਹੀ ਸਮਝਣਾ ਚਾਹੀਦਾ ਵਾ। ਆਹ ਨੂੰ ਸਾਰਿਆਂ ਨੂੰ ਰਲ ਮਿਲ ਕੇ ਜੋ ਸਾਨੂੰ ਸਾਡੇ ਪੰਥ ਨੇ, ਸਾਡੇ ਗੁਰੂ ਨੇ ਕਾਰਜ ਬਖਸ਼ਿਆ ਹੁੰਦਾ ਵਾ, ਉਹਦੇ ਹਿਸਾਬ ਨਾਲ ਸੇਵਾ ਕਰਨੀ ਚਾਹੀਦੀ ਆ। ਦਾਸ ਇਹ ਦੱਸਣਾ ਜ਼ਰੂਰੀ ਚਾਹੁੰਦਾ ਹੈ। ਬਹੁਤ ਬਹੁਤ ਧੰਨਵਾਦ ਜੀ। ਸਾਬਕਾ ਪ੍ਰਵਾਨ ਖੰਗ ਸਾਹਿਬ ਜੀ, ਉਹ ਵੀ ਸਾਨੂੰ ਜੁੜਿਓ ਜੀ, ਨਹੀਂ ਕਾਫੀ ਇਹ ਸੇਵਾ ਕੀਤੀ, ਕਾਫੀ ਦੇਰ ਹੈਗਾ, ਕਈ ਸਾਲ ਇਹਨੂੰ ਹੈਗੇ ਵਾਸਤੇ ਨੂੰ ਨਿਊਯਾਰਕ ਸ਼ਹਿਰ ਦੇ ਵਿੱਚ। ਖੰਗ ਸਾਹਿਬ, ਤੁਸੀਂ ਆਪਣੀ ਬਰੀਫਲੀ ਇੰਟਰੋਡਕਸ਼ਨ ਕਰੋ, ਉਸ ਤੋਂ ਬਾਅਦ ਅਸੀਂ ਸਾਰੀ ਹਿਸਟਰੀ ਲੈਣੀ ਗੁਰਦੁਆਰੇ ਸਾਹਿਬ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਸਿੱਖ ਚੈਨਲ ਵਾਲਿਆਂ ਨੂੰ ਜੀ ਆਇਆਂ ਕਹਿੰਦਾ, ਜਿਹੜੇ ਕਿ ਨਿਊਯਾਰਕ ਦੀ ਧਰਤੀ 'ਤੇ ਇੰਗਲੈਂਡ ਤੋਂ ਚੱਲ ਕੇ ਆਏ ਨੇ। ਇਹ ਇੱਕ ਪੰਥਕ ਚੈਨਲ ਆ ਜਿਹੜਾ ਮੈਂ ਸਮਝਦਾ ਕਿ ਸਿੱਖਾਂ ਦੀ ਆਵਾਜ਼ ਨੂੰ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਬੁਲੰਦ ਕਰਦਾ, ਅਤੇ ਸਿੱਖੀ ਦਾ ਇਹਨਾਂ ਦੇ ਹਿਰਦੇ ਦੇ ਵਿੱਚ ਸਿੱਖੀ ਦਾ ਦਰਦ ਵਾ। ਦਾਸ ਗੁਰਦੇਵ ਸਿੰਘ ਕੰਗ ਜੋ ਕਿ 38 ਸਾਲ ਤੋਂ ਨਿਊਯਾਰਕ ਦੀ ਧਰਤੀ 'ਤੇ ਰਹੇ ਆ, ਅਤੇ ਮੈਂ ਸਮਝਦਾ ਕਿ ਜਿੰਨੇ ਵੀ ਮੇਰੇ ਭੈਣਾਂ ਵੀਰ ਜਾਂ ਬੱਚੇ ਸਾਡੇ ਆ, ਜੋ ਪਹਿਲੇ ਸਾਡੇ ਜਿੰਨੇ ਵੀ ਬਜ਼ੁਰਗ ਨੇ, ਸਾਰਿਆਂ ਦਾ ਆਪਸ ਵਿੱਚ ਮਿਲਵਰਤਨ ਜਿਹੜਾ ਵਾ ਉਹ ਬਹੁਤ ਵਧੀਆ ਵਾ। ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਟਰਾਈ ਸਟੇਟ ਦੀ ਇੱਕ ਮਦਰ ਸੁਸਾਇਟੀ ਦੇ ਨਾਂ 'ਤੇ ਉੱਤੇ ਜਾਣੀ ਜਾਂਦੀ ਆ, ਕਿਉਂਕਿ ਜਿੰਨੇ ਵੀ ਗੁਰੂ ਘਰ ਇਸ ਤੋਂ ਬਾਅਦ ਬਣੇ ਨੇ, ਅਸੀਂ ਉਹਨਾਂ ਸਿੰਘਾਂ ਨੂੰ, ਡਾਕਟਰ ਸਾਹਿਬਾਨਾਂ ਨੂੰ ਅੱਜ ਵੀ ਯਾਦ ਕਰਦੇ ਹਾਂ ਜਿਨ੍ਹਾਂ ਨੇ ਸਿੱਖ ਕਲਚਰਲ ਸੁਸਾਇਟੀ ਦੀ ਇਹ ਸੰਸਥਾ ਬਣਾਈ ਸੀ। ਇਹ 5 ਅਗਸਤ 1965 ਨੂੰ ਸੰਸਥਾ ਉਹਨਾਂ ਨੇ ਬਣਾਈ ਸੀ, ਪਰ ਜਿੱਥੇ ਪਹਿਲਾਂ ਉਹ ਆਪਣੇ ਦੀਵਾਨ ਆਪਣੇ ਘਰਾਂ ਵਿੱਚ ਲਾਉਂਦੇ ਸਨ, ਚਲੋ ਜਿੰਨੇ ਵੀ ਸੰਗੀ ਸੀ ਇਕੱਠੇ ਹੋ ਕੇ ਮਿਲ ਕੇ ਆਪਣਾ ਗੁਰੂ ਦਾ ਬਾਣੀ ਦਾ ਜਾਪ ਕਰਦੇ ਸਨ, ਪਰ 1971 ਦੇ ਵਿੱਚ ਇਹ ਚਰਚ ਦੀ ਬਿਲਡਿੰਗ ਸੀ, ਇਹਨਾਂ ਨੇ ਉਸ ਬਿਲਡਿੰਗ ਨੂੰ ਖਰੀਦਿਆ, ਅਤੇ ਉਹਦੇ ਨਾਲ ਜਿਵੇਂ ਜਿਵੇਂ ਵੀ ਬਾਕੀ ਪ੍ਰਬੰਧਕ ਕਮੇਟੀਆਂ ਬਾਅਦ 'ਚ ਆਉਂਦੀਆਂ ਗਈਆਂ, ਉਹਨਾਂ ਨੇ ਨਾਲ ਦੀ ਨਾਲ ਜਿੰਨੇ ਵੀ ਬਾਕੀ ਦੇ ਘਰ ਸੀਗੇ ਉਹ ਖਰੀਦ ਕੇ ਇਸ ਦਾਇਰੇ ਨੂੰ ਹੋਰ ਵਧਾਇਆ। ਪਰ ਅਨਫੋਰਚੂਨੇਟਲੀ 8 ਮਾਰਚ 2002 ਨੂੰ ਜਿਹੜੀ ਚਰਚ ਦੀ ਬਿਲਡਿੰਗ ਸੀ ਉਹ ਕਿਸੇ ਕਾਰਨ ਕਰਕੇ ਅਗਨ ਭੇਟ ਹੋ ਗਈ ਸੀ, ਅਤੇ ਉਸ ਟਾਈਮ ਅਗਨ ਭੇਟ ਹੋਣ ਤੋਂ ਬਾਅਦ ਇੱਥੋਂ ਦੀ ਸੰਗਤ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਜਿੰਨੇ ਵੀ ਮੈਂ ਸਮਝਦਾ ਕਿ ਟਰਾਈ ਸਟੇਟ ਦੇ ਵਿੱਚ, ਚਾਹੇ ਉਹ ਨਿਊ ਜਰਸੀ ਸੀ, ਚਾਹੇ ਉਹ ਕਨੈਕਟੀਕਟ ਸੀ, ਚਾਹੇ ਉਹ ਨਿਊਯਾਰਕ ਸੀ, ਪਰ ਜਿੱਥੇ ਜਿੱਥੇ ਵੀ ਸੀ ਸਾਰੇ ਮੇਰੇ ਵੀਰਾਂ ਭੈਣਾਂ ਨੇ ਉਹਦੇ ਵਿੱਚ ਸਹਿਯੋਗ ਦੇ ਕੇ, ਅਤੇ ਆਹ ਜਿਹੜੀ ਬਿਲਡਿੰਗ ਆ ਇਹ ਹੁਣ ਤਕਰੀਬਨ 54,000 ਸਕੁਅਰ ਫੁੱਟ ਦੀ ਕਪੈਸਿਟੀ ਰੱਖਦੀ ਹੈ। ਇਹਦੀਆਂ 4 ਫਲੋਰਾਂ, ਚੌਥੀ ਫਲੋਰ ਦੇ ਉੱਤੇ ਸਕੂਲ ਚੱਲਦਾ, ਤੀਜੀ ਫਲੋਰ ਦੇ ਉੱਤੇ ਸਾਡੇ ਕੋਲ ਜਿਹੜੇ ਜਿੱਥੇ ਮਹਾਰਾਜ ਦੇ ਪ੍ਰਕਾਸ਼ ਹੁੰਦੇ ਨੇ, ਜਿੱਥੇ ਅਖੰਡ ਸਾਹਿਬ ਹੁੰਦੇ ਨੇ, ਅਤੇ ਨਾਲ ਸਾਡੇ ਕੋਲ ਰਿਹਾਇਸ਼ ਵਾ, ਅਤੇ ਦੂਜੀ ਫਲੋਰ ਦੇ ਉੱਤੇ ਅਖੰਡ ਸਾਹਿਬ ਚੱਲਦੇ ਨੇ, ਦੂਜੀ ਫਲੋਰ ਦੇ ਉੱਤੇ ਸਾਡੇ ਕੋਲ ਹਾਲ ਵੀ ਆ। ਇਹ ਲੰਗਰ ਹਾਲ ਆ ਜਿੱਥੇ ਅਸੀਂ ਇਸ ਵੇਲੇ ਖੜ੍ਹੇ ਹਾਂ। ਇੱਥੇ ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਕੋਈ ਵੀ ਪ੍ਰਾਣੀ ਆਉਂਦਾ, ਭਾਵੇਂ ਉਹ ਕਿਸੇ ਧਰਮ ਨਾਲ ਵੀ ਆਪਣਾ ਸੰਬੰਧ ਰੱਖਦਾ, ਉਹਦੇ ਵਾਸਤੇ ਇਸ ਗੁਰੂ ਘਰ ਦੇ ਦਰਵਾਜ਼ੇ ਖੁੱਲ੍ਹੇ ਨੇ, ਉਹ ਆਪਣਾ ਲੰਗਰ ਛਕੇ। ਪਰ ਉਹਨਾਂ ਨੂੰ ਪਹਿਲਾਂ ਇਹ ਦੱਸਿਆ ਜਾਂਦਾ ਕਿ ਇਸ ਗੁਰੂ ਘਰ ਦੇ ਵਿੱਚ ਨਾ ਤਾਂ ਕੋਈ ਸ਼ਰਾਬ ਪੀ ਕੇ ਆ ਸਕਦਾ, ਨਾ ਕੋਈ ਤੰਬਾਕੂ ਯੂਜ਼ ਕਰ ਸਕਦਾ, ਨਾ ਕਿਸੇ ਤਰ੍ਹਾਂ ਦਾ ਵੀ ਜੋ ਦੂਜੇ ਧਰਮਾਂ ਨੂੰ ਬਿਲੋਂਗ ਕਰਦਾ, ਅਗਰ ਉਹਦੀ ਕੋਈ ਇਹੋ ਜਿਹੀ ਹੈਬਿਟ ਹੈਗੀ ਤਾਂ ਉਹਨੂੰ ਫੂਡ ਜਿਹੜਾ ਉਹ ਬਾਹਰ ਦਿੱਤਾ ਜਾਂਦਾ। ਮੈਂ ਚੇਚੇ ਤੌਰ 'ਤੇ
ਉਹ ਜਦੋਂ 1984 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਹਿੰਦੁਸਤਾਨ ਦੀ ਸਰਕਾਰ ਵੱਲੋਂ, ਤੇ ਜਿਹੜੀ ਇਸ ਨਾਰਥ ਅਮਰੀਕਾ ਦੀ ਸੰਗਤ ਸੀ ਇੱਥੋਂ ਦੀ, ਉਹਨਾਂ 'ਚ ਬੜਾ ਜੋਸ਼ ਪਾਇਆ ਗਿਆ। ਉਸ ਟਾਈਮ ਦੇ ਮੌਜੂਦਾ ਪ੍ਰਧਾਨ ਜੋ 1988 ਦੇ ਵਿੱਚ ਜਿਹੜੀ ਸਿੱਖ ਡੇ ਪਰੇਡ ਜਿਹੜੀ ਆ ਉਹ ਹਰ ਸਾਲ ਕੱਢੀ ਜਾਂਦੀ ਆ, ਜਿਹੜੀ ਕਿ 31 ਪਰੇਡਾਂ ਜਿਹੜੀਆਂ ਨਿਊਯਾਰਕ ਦੇ ਵਿੱਚ ਕੱਢੀਆਂ ਗਈਆਂ ਵਾ। ਉਦੋਂ ਮੌਜੂਦਾ ਪ੍ਰਧਾਨ ਜਗਜੀਤ ਸਿੰਘ ਮੰਗੜ ਸੀ। ਉਹਨਾਂ ਨੇ ਜਿੰਨੇ ਵੀ ਸੀਗੇ ਮੇਰੇ ਸਿੰਘ ਸਿੰਘਣੀਆਂ ਸਾਰੇ ਗੁਰੂ ਘਰ ਇੱਥੋਂ ਬਾਅਦ 'ਚ ਗਏ ਨੇ, ਪਰ ਅੱਜ ਦੀ ਡੇਟ ਦੇ ਵਿੱਚ ਵੀ ਜਿੰਨੇ ਵੀ ਟਰਾਈ ਸਟੇਟ ਦੇ ਗੁਰੂ ਘਰ ਨੇ, ਚਾਹੇ ਉਹ ਨਿਊ ਜਰਸੀ ਨੇ, ਚਾਹੇ ਉਹ ਨਿਊਯਾਰਕ ਨੇ, ਚਾਹੇ ਉਹ ਕਨੈਕਟੀਕਟ ਨੇ, ਆਪਣਾ ਸਿੱਖੀ ਦਾ ਦਰਦ ਸਮਝਦੇ ਹੋਏ ਸਾਡੀ ਉਹ ਪਰੇਡ ਦੇ ਵਿੱਚ ਸ਼ਮੂਲੀਅਤ ਹੁੰਦੇ ਆ ਤੇ ਸਾਂਝੇ ਤੌਰ ਤੇ ਉਹ ਪਰੇਡ ਕੱਢੀ ਜਾਂਦੀ ਆ। ਸਿੱਖ ਕਲਚਰ ਸੋਸਾਇਟੀ ਜਿਹੜੀ ਆ ਉਸ ਪਰੇਡ ਦੀ ਲੀਡ ਕਰਦੀ ਆ ਤੇ ਉਹਦੇ ਨਾਲ ਹੀ ਜਿਵੇਂ ਜਿਵੇਂ ਸਾਡੇ ਦੂਏ ਪ੍ਰਬੰਧ ਨੇ ਅਸੀਂ ਉਹਨਾਂ ਦੇ ਨਾਲ ਵੀ ਨਗਰ ਕੀਰਤਨ ਦੇ ਵਿੱਚ ਆਪਣੀ ਪਾਰਟਿਸਿਪੇਟ ਕਰਦੇ ਹਾਂ। ਤੇ ਦਾਸ ਨੂੰ 2016 ਦੇ ਵਿੱਚ ਨਿਊਯਾਰਕ ਸਿਟੀ ਵੱਲੋਂ ਜੋ ਹਿਊਮਨ ਕਮਿਸ਼ਨ ਬਣਾਇਆ ਗਿਆ, ਕਮਿਸ਼ਨਰ ਬਣਾਇਆ ਗਿਆ, ਮੈਂ ਸਮਝਦਾ ਕਿ ਇਹ ਨਿਊਯਾਰਕ ਸਿੱਖਾਂ ਦੀ ਬਦੌਲਤ ਦਾਸ ਨੂੰ ਇਹ ਜਿਹੜੀ ਆ ਮੇਅਰ ਵੱਲੋਂ ਅਪੁਆਇੰਟ ਕੀਤਾ ਗਿਆ। ਕੋਈ ਸਿੱਖਾਂ ਨੇ ਆਪਣੀ ਯੂਨਿਟੀ ਦਿਖਾਈ। ਉਹਦੇ ਨਾਲ ਹੁਣ ਕੋਈ ਵੀ ਇਲੈਕਟਡ ਅਫੀਸ਼ੀਅਲ ਸਾਡੇ ਕੁਈਨਸ ਦਾ ਹੁੰਦਾ ਜਾਂ ਮੇਅਰ ਦਾ ਹੁੰਦਾ, ਜਿੱਦਾਂ ਕਿ ਦਾਸ ਉਹਦੀ ਐਡਵਾਈਜ਼ਰੀ ਕਮੇਟੀ ਦੇ ਵਿੱਚ ਵੀ ਆ। ਹੁਣ ਸਾਡੀ ਮੀਟਿੰਗ ਵੀ ਆ 20 ਤਰੀਕ ਨੂੰ, ਪਰ ਮੈਂ ਸਮਝਦਾ ਕਿ ਸਿੱਖਾਂ ਦਾ ਨਾਂ ਹੁਣ ਸਾਡਾ ਸਿਟੀ ਹਾਲ ਦੇ ਵਿੱਚ ਜਿਹੜਾ ਜਾਣਾ ਸ਼ੁਰੂ ਹੋ ਗਿਆ। ਪਰ ਇਹ ਸਾਰੇ ਭਾਈਚਾਰੇ ਦੀ ਮਿਹਰਬਾਨੀ ਆ। ਮੈਂ ਚੇਚੇ ਤੌਰ ਤੇ ਤੁਹਾਡੇ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਇੱਥੋਂ ਦੀਆਂ ਸੰਗਤਾਂ ਦਾ ਬਹੁਤ ਧੰਨਵਾਦੀ ਹਾਂ ਕਿ ਜਿਹੜੀਆਂ ਰਲ ਮਿਲ ਕੇ ਦੂਜੇ ਗੁਰੂ ਘਰਾਂ ਦੇ ਉਹਨੂੰ ਵੀ ਨਾਲ ਆਪਣਾ ਸਾਥ ਦੇ ਕੇ ਪੰਥਕ ਜਥੇਬੰਦੀਆਂ, ਧਾਰਮਿਕ ਸੰਸਥਾਵਾਂ ਨੂੰ ਜਿੰਨੀਆਂ ਵੀ ਆ, ਹਰ ਇੱਕ ਮਾਈ ਭਾਈ ਦਾ ਇਹ ਇੱਕ ਉਹ ਸੁਸਾਇਟੀ ਆ ਜਿੱਥੇ ਕੋਈ ਨਵਾਂ ਆਇਆ ਚਾਹੇ ਪੁਰਾਣਾ ਆਇਆ, ਹਰ ਇੱਕ ਨੂੰ ਬਰਾਬਰ ਦਾ ਹੱਕ ਵਾ। ਇਹ ਕਿਸੇ ਜਾਤ ਪਾਤ ਦੇ ਉੱਪਰ ਨਹੀਂ ਹੈਗਾ, ਇਹ ਸਭ ਦਾ ਸਾਂਝਾ ਵਾ। ਜਿੱਦਾਂ ਕਿ ਅਸੀਂ ਪੰਜਾਬ ਦੀ ਧਰਤੀ ਤੇ ਹਰਿਮੰਦਰ ਸਾਹਿਬ ਜਾਂਦੇ ਆ, ਇਸੇ ਤਰ੍ਹਾਂ ਜਿਹੜਾ ਇਸ ਗੁਰੂ ਘਰ ਦੀ ਮਾਨਤਾ ਵਾ। ਇਹਦੇ ਨਾਲ ਮੈਂ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਖੰਗ ਸਾਹਿਬ ਜਿਹਨੇ ਤੁਹਾਨੂੰ ਕਾਫੀ ਡੀਟੇਲ ਵਿੱਚ ਸਾਰੀ ਗੁਰਦੁਆਰੇ ਦੀ ਹਿਸਟਰੀ ਦੱਸੀ, ਆਪਣੇ ਬਾਰੇ ਦੱਸਣ ਦੀ ਕਾਫੀ ਦੇਰ ਹੈਗੀ, ਬਹੁਤ ਸੇਵਾ ਹੈਗੀ ਆ। ਹੁਣ ਅਸੀਂ ਬਰੀਫਲੀ ਪੁੱਛਾਂਗੇ ਸੁਖਜਿੰਦਰ ਸਿੰਘ ਜੀ ਨਿੱਜਰ ਸਾਹਿਬ, ਤੁਸੀਂ ਵੀ ਆਪਣੇ ਥੋੜ੍ਹਾ ਜਿਹਾ ਬਾਰੇ ਦੱਸੋ, ਆਪਣੀ ਬੈਕਗਰਾਊਂਡ ਹਿਸਟਰੀ ਤਾਂ ਕਿਸ ਤਰ੍ਹਾਂ ਤੁਸੀਂ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸੁਖਜਿੰਦਰ ਸਿੰਘ ਨਿੱਜਰ। ਦਾਸ ਸੁਖਜਿੰਦਰ ਸਿੰਘ ਨਿੱਜਰ ਸਿੱਖ ਕਲਚਰ ਸੁਸਾਇਟੀ ਦੇ ਵਿੱਚ ਮੀਡੀਆ ਤੇ ਪਬਲਿਕ ਰਿਲੇਸ਼ਨਸ਼ਿਪ ਚੇਅਰਮੈਨ ਦੀ ਸੇਵਾ ਨਿਭਾ ਰਿਹਾ ਹੈ। ਕੋਈ 6 ਤੋਂ 7 ਸਾਲ ਪਹਿਲਾਂ ਦਾਸ ਨੂੰ ਟਰਸਟੀ ਐਜ਼ ਅ ਟਰਸਟੀ ਦਾ ਸੇਵਾ ਕਰਨ ਦਾ ਮੌਕਾ ਮਿਲਿਆ ਸੀ। ਉਸ ਤੋਂ ਬਾਅਦ ਐਗਜ਼ੈਕਟਿਵ ਕਮੇਟੀ ਦੇ ਵਿੱਚ ਦਾਸ ਨੂੰ ਸੇਵਾ ਦਾ ਮੌਕਾ ਮਿਲਿਆ ਤੇ ਉਸ ਤੋਂ ਬੇਸਿਕਲੀ 7 ਸਾਲ ਤੋਂ ਲੈ ਕੇ ਮੈਂ ਸੇਵਾ ਨਿਭਾ ਰਿਹਾ। ਤੇ ਸਾਡੀ ਜਿਹੜੀ ਇਸ ਵੇਲੇ ਦੀ ਕਮੇਟੀ ਕੁਲਦੀਪ ਸਿੰਘ ਢਿੱਲੋਂ ਸਾਹਿਬ ਦੇ ਨਾਲ, ਤੇ ਉਸ ਤੋਂ ਪਹਿਲਾਂ ਗੁਰਦੇਵ ਸਿੰਘ ਕੰਗ ਸਾਹਿਬ ਜਿਹੜੇ ਕਿ ਤੁਹਾਨੂੰ ਹੁਣੀ ਇੰਟਰਵਿਊ ਦੇ ਕੇ ਆਪਣੀ ਹਟੇ ਦੱਸਿਆ, ਉਹਨਾਂ ਨੇ ਸਾਰਾ ਸਾਡੀ ਬੈਕਗਰਾਉਂਡ ਤੇ ਗੁਰਦੁਆਰਾ ਸਾਹਿਬ ਦੀ ਜਿਵੇਂ ਪਿਛੋਕੜ ਦੇ ਉਹਦੀ ਇਨਫੋਰਮੇਸ਼ਨ। ਤੇ ਉਸ ਤੋਂ ਬਾਅਦ ਆਪਣੀ ਮੇਰੇ ਕੋਈ ਇੰਨੀ ਕੋਈ ਇਨਫੋਰਮੇਸ਼ਨ ਦੇਣ ਨੂੰ ਹੈ ਨਹੀਂ, ਕਿਉਂਕਿ ਸਾਰੀ ਇਨਫੋਰਮੇਸ਼ਨ ਤਾਂ ਤੁਹਾਨੂੰ ਦਿੱਤੀ ਗਈ ਆ। ਤੇ ਦਾਸ ਦਾ ਟਾਈਟਲ ਇੱਕ ਵਾਰ ਫਿਰ ਮੈਂ ਤੁਹਾਨੂੰ ਮੈਂਸ਼ਨ ਕਰਦੇ ਹਾਂ, ਪਬਲਿਕ ਤੇ ਮੀਡੀਆ ਰਿਲੇਸ਼ਨਸ਼ਿਪ ਚੇਅਰਮੈਨ ਆ। ਤੇ ਨਾਲ ਹੀ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਸਿੱਖ ਚੈਨਲ ਦਾ ਬਹੁਤ ਹੀ ਚੇਚੇ ਤੌਰ ਤੇ ਵੈਲਕਮ ਆ ਸਾਡੇ ਗੁਰਦੁਆਰਾ ਸਾਹਿਬ, ਜਿਨ੍ਹਾਂ ਨੇ ਸਾਨੂੰ ਸਾਡੀ ਕੱਲ੍ਹ ਪ੍ਰੋਗਰਾਮ ਵੀ ਕਵਰ ਕੀਤਾ ਤੇ ਆਉਣ ਦੇ 23 ਤਰੀਕ ਦਾ ਵੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦਾ ਵੀ ਕਵਰ ਕਰਨਗੇ। ਤੇ ਉਹਨਾਂ ਨੂੰ ਬਹੁਤ ਹੀ ਆਪਣੇ ਹਿਰਦੇ ਵੱਲੋਂ ਵੈਲਕਮ। ਤੇ ਇਹਨਾਂ ਗੱਲਾਂ ਦੇ ਨਾਲ ਹੀ ਮੈਂ ਤੁਹਾਡੇ ਤੋਂ क्षमा ਚਾਹੁੰਦਾ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਇਹ ਕਹਿ ਲਓ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਹੈਗਾ, ਜਿਹੜੇ ਕਹਿ ਲਓ ਇਹਦੇ ਵਿੱਚ ਨਿਊਯਾਰਕ ਦੇ ਵਿੱਚ ਪਹਿਲੀ ਗੁਰਦੁਆਰਾ ਸਾਹਿਬ ਇੱਥੇ ਸਥਾਪਨ ਕੀਤਾ ਸੀ 1965 'ਚ। ਉਸ ਤੋਂ ਬਾਅਦ ਕਈ ਗੁਰਦੁਆਰੇ ਹੁਣ ਸਾਹਿਬ ਖੁੱਲ੍ਹੇ ਆ, ਬਹੁਤ ਸ਼ਲਾਘਾਯੋਗ ਹੈਗਾ ਜਿੰਨੇ ਗੁਰਦੁਆਰੇ ਉਹਨਾਂ ਜ਼ਿਆਦਾ ਪ੍ਰਚਾਰ ਹੋਵੇ, ਪਰ ਖਾਸ ਇੱਥੋਂ ਸ਼ੁਰੂ ਹੋਏ। ਇਸ ਕਰਕੇ ਕਾਫੀ ਹਿਸਟੋਰਿਕ ਗੁਰਦੁਆਰਾ ਸਾਹਿਬ ਹੈਗਾ ਨਿਊਯਾਰਕ ਦਾ। ਇਹਨੇ ਕਾਫੀ ਮੱਲਾਂ ਵੀ ਮਾਰੀਆਂ, ਕੈਂਪੇਨਾਂ ਵੀ ਕੀਤੀਆਂ ਸਿੱਖਾਂ ਦੇ ਰਾਈਟਸ ਵਾਸਤੇ। ਉਹਦੇ ਬਾਰੇ ਅਸੀਂ ਹੋਰ ਜਾਣਕਾਰੀ ਲਵਾਂਗੇ ਤਾਂ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਟੂਰ ਦਿਖਾਉਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹੁੰਚ ਗਏ ਹੈਗੇ ਲੰਗਰ ਹੋਲ, ਜਿੱਥੇ ਕਾਫੀ ਬਹੁਤ ਖੁੱਲ੍ਹਾ ਹੋਲ ਹੈਗਾ ਤੇ ਕਈ ਹਜ਼ਾਰ ਬੰਦਾ ਬਹਿ ਕੇ ਲੰਗਰ ਵੀ ਛਕ ਸਕਦਾ। ਹੁਣ ਅਸੀਂ ਸੁਣੀਏ ਬਲਾਕਾ ਸਿੰਘ ਤੋਂ, ਮੁੱਖ ਸੇਵਾਦਾਰ ਇਸ ਗੁਰਦੁਆਰਾ ਸਾਹਿਬ ਦੇ। ਆਪਣੀ ਥੋੜ੍ਹੀ ਜਿਹੀ ਪਹਿਲਾਂ ਇੰਟਰੋਡਕਸ਼ਨ ਦੱਸੋ, ਕਿੰਨਾ ਚਿਰ ਹੋਇਆ ਤੁਹਾਨੂੰ ਨਿਊਯਾਰਕ ਵਿੱਚ, ਕਿੰਨੇ ਇੱਥੇ ਵਸਦਿਆਂ ਨੂੰ, ਸੇਵਾ ਕਰਦਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਹਿਲਾਂ ਤਾਂ ਸਿੱਖ ਚੈਨਲ ਨੂੰ ਅਸੀਂ ਵੈਲਕਮ ਕਹਿੰਦੇ ਹਾਂ, ਜਿਹੜੇ ਨਿਊਯਾਰਕ ਦੇ ਵਿੱਚ ਪਹੁੰਚੇ ਨੇ। ਤੇ ਦੱਸ ਦਈਏ ਵੀ ਅਸੀਂ 1991 ਦੇ ਵਿੱਚ ਇਸ ਧਰਤੀ ਤੇ ਪਹੁੰਚੇ ਸੀ। ਉਸ ਦਿਨ ਤੋਂ ਹੀ ਲੈ ਕੇ ਅੱਜ ਤੱਕ ਇਸ ਗੁਰਦੁਆਰਾ ਸਿੱਖ ਕਲਸ਼ ਸੋਸਾਇਟੀ ਵਿੱਚ ਸੇਵਾ ਕਰਦੇ ਹਾਂ ਹਰ ਤਰ੍ਹਾਂ ਦੀ। ਤੇ ਪਿਛਲੇ ਸਮੇਂ ਤੋਂ ਅਸੀਂ ਸਿੱਖ ਯੂਥ ਅਮਰੀਕਾ ਦੇ ਨਾਲ ਮੈਂ ਉਹਦਾ ਸੈਕਟਰੀ ਰਿਹਾ ਹੈਗਾ ਵੀ ਇਸ ਟਾਈਮ। ਤੇ 28 ਸਾਲ ਜਿਹੜੇ ਕਿ ਕੌਮ ਦੇ ਮਸਲੇ ਸੀ ਪਿੱਛੇ ਕੋਈ ਵੀ ਤਰ੍ਹਾਂ ਦੇ ਹੁੰਦੇ ਨੇ ਤਾਂ ਉਹ ਅਸੀਂ ਉਹਨਾਂ ਦੇ ਬਾਰੇ ਆਪਣੇ ਪਿਛਲੇ ਭਰਾਵਾਂ ਨਾਲ ਜੋ ਵੀ ਕੋਈ ਧੱਕਾ ਹੁੰਦਾ ਉਹਦੇ ਬਾਰੇ ਤੇ ਆਵਾਜ਼ ਉਠਾਉਂਦੇ ਹਾਂ। ਇਹ ਇੱਕ ਇਹੋ ਜਿਹੀ ਸਟੇਟ ਹੈ ਈਸਟ ਕੋਸਟ ਦੀ ਜਿੱਥੇ ਹਰ ਮਸਲਾ ਇੱਥੇ ਦੀ ਮੌਜੂਦਾ ਕਮੇਟੀ ਜੋ ਵੀ ਅੱਜ ਦੇ ਸਮੇਂ ਵਿੱਚ ਭਾਈ ਕੁਲਦੀਪ ਸਿੰਘ ਢਿੱਲੋਂ ਨੇ, ਇਹ ਵੀ ਬੜੇ ਲੰਬੇ ਸਮੇਂ ਤੋਂ ਅਸੀਂ ਸਾਰੇ 30 ਸਾਲ ਤੋਂ ਇੱਥੇ ਹੀ ਆ ਇਕੱਠੇ। ਇਹਨਾਂ ਦੇ ਭਰਾਤਾ ਜੀ ਵੀ ਸ਼ਹੀਦ ਹੋਏ ਨੇ ਕਮਾਂਡੋ ਫੋਰਸ ਦੇ ਵਿੱਚ ਜਾ ਕੇ ਇੰਡੀਆ ਦੇ ਵਿੱਚ ਜਰਨਲ ਲਾਭ ਸਿੰਘ ਦੇ ਨਾਲ। ਇਸ ਕਰਕੇ ਜਿਹੜੀ ਇਹ ਸਟੇਜ ਆ ਇੱਥੇ ਸਿੱਖਾਂ ਦੀ ਚੜ੍ਹਦੀ ਕਲਾ ਦੀ ਹਰ ਗੱਲ ਕੀਤੀ ਜਾਂਦੀ ਆ। ਦੂਜੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਇੱਥੇ ਜੋ ਕਿ ਲੰਗਰ ਦੀ ਸਾਡੀ ਮੈਂ ਇਸ ਗੁਰੂ ਘਰ ਦੇ ਵਿੱਚ ਲੰਗਰ ਦਾ ਚੇਅਰਮੈਨ ਆ। ਅੰਮ੍ਰਿਤ ਵੇਲੇ ਇੱਥੇ 5 ਵਜੇ ਲੰਗਰ ਤਿਆਰ ਹੋ ਜਾਂਦਾ। ਰਾਤ ਦੇ 11 ਵਜੇ ਤੱਕ ਕੋਈ ਵੀ ਆਉਂਦਾ ਸ਼ਰਨਾਰਥੀ ਉਹਨੂੰ ਰਹਿਣ ਲਈ ਜਗ੍ਹਾ ਵੀ ਦਿੱਤੀ ਜਾਂਦੀ ਹੈ ਤੇ ਲੰਗਰ ਪਾਣੀ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਤੇ ਇਸੇ ਤਰ੍ਹਾਂ ਹੋਰ ਵੀ ਜਿਹੜੇ ਪ੍ਰੋਗਰਾਮ ਨੇ ਚੜ੍ਹਦੀ ਕਲਾ ਦੇ ਉਹ ਇੱਥੇ ਅਸੀਂ ਕਰਦੇ ਹਾਂ। ਲੰਗਰ ਬਹੁਤ ਹੀ ਵਧੀਆ ਮਹਾਰਾਜ ਦੀ ਕਿਰਪਾ ਦੇ ਨਾਲ ਚੱਲਦੇ ਨੇ। ਬਹੁਤ ਸੰਗਤਾਂ ਆਉਂਦੀਆਂ ਨੇ ਤਕਰੀਬਨ ਹਰ ਰੋਜ਼ ਇੱਥੇ 2000 ਦੇ ਕਰੀਬ ਮਸਤਕ ਸਿੱਖ ਮੱਥਾ ਟੇਕਣ ਲਾਉਂਦੇ ਨੇ। ਉਹ ਵੀਕਐਂਡ ਤੇ ਤਾਂ ਬਹੁਤ ਸੰਗਤਾਂ ਜ਼ਿਆਦਾ ਹੁੰਦੀਆਂ ਨੇ। ਸੋ ਇਹ ਜਿਹੜਾ ਕੇਂਦਰ ਮੰਨਿਆ ਜਾਂਦਾ ਈਸਟ ਕੋਸਟ ਦਾ। ਸੋ ਸਾਰੀਆਂ ਸੰਗਤਾਂ ਇੱਥੇ ਬਹੁਤ ਉਮਾ ਕੇ ਆਉਂਦੀਆਂ। ਅਸੀਂ ਸਿੱਖ ਚੈਨਲ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਇਸ ਧਰਤੀ ਤੇ ਪਹੁੰਚ ਕਰ ਨਿਊਯਾਰਕ ਦੇ ਵਿੱਚ ਸਾਰੇ ਸਾਡੇ ਪ੍ਰੋਗਰਾਮ ਕਵਰ ਕਰ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਆ ਜੋ ਕਿ ਇੰਗਲੈਂਡ ਦੀ ਧਰਤੀ ਤੋਂ ਚਲਾਇਆ ਜਾਂਦਾ ਭਾਵੇਂ, ਪਰ ਸਾਡੀ ਦੁਨੀਆ ਦੇ ਵਿੱਚ ਵਰਲਡ ਦੇ ਵਿੱਚ ਇਸ ਚੈਨਲ ਨੇ ਸਿੱਖਾਂ ਦਾ ਨਾਂ ਰੋਸ਼ਨ ਕੀਤਾ। ਜੋ ਸਿੱਖਾਂ ਦੀਆਂ ਲੰਗਰ ਲੱਗਦੇ ਨੇ ਜਾਂ ਚਾਹੇ ਉਹ ਇਰਾਕ ਹੋਵੇ, ਇਰਾਨ ਹੋਵੇ, ਜਿੱਥੇ ਜਿੱਥੇ ਵੀ ਹੋਵੇ ਉਹਨਾਂ ਦੇ ਵਿੱਚ ਜਾ ਕੇ ਵੀ ਇਹ ਸਿੰਘ ਜਦੋਂ ਪਹੁੰਚਦੇ ਨੇ ਤੇ ਸਿੱਖ ਚੈਨਲ ਵਾਲੇ ਦਿਖਾਉਂਦੇ ਨੇ। ਇਹ ਸਾਡੇ ਗੁਰੂ ਘਰ ਦਾ ਜੋ ਸਿੱਖ ਕਲਸਾੜੀ ਦਾ ਲੰਗਰ ਹਾਲ ਵਾ, ਇਹ ਨਵੀਂ ਬਿਲਡਿੰਗ ਆ ਜਿਹੜੀ ਕਿ 2003 ਦੇ ਵਿੱਚ 4 ਦੇ ਵਿੱਚ ਸ਼ੁਰੂ ਹੋਈ ਸੀ ਬਣਨੀ ਤੇ 2015 ਦੇ ਵਿੱਚ ਜਿਹੜੀ ਆ ਇਹ ਬਿਲਡਿੰਗ ਕੰਪਲੀਟ ਹੋਈ ਆ। ਇਹਦਾ ਸੀਓ ਆ ਮੇਨ ਹਾਲ ਆ ਜਿੱਥੇ ਲੰਗਰ ਹਾਲ, ਇਹਦੇ ਨਾਲ ਇੱਕ ਹਾਲ ਹੋਰ ਆ ਜਿੱਥੇ ਕਿਸੇ ਦਾ ਕੋਈ ਸਾਡੇ ਵਿਆਹ ਸ਼ਾਦੀ ਹੋਵੇ ਜਾਂ ਕੋਈ ਪ੍ਰਾਈਵੇਟ ਫੰਕਸ਼ਨ ਹੋਵੇ ਤੇ ਉਹਦੇ ਵਿੱਚ ਆ ਕੇ ਹੁੰਦੇ ਨੇ ਉਹ ਭਾਂਡਿਆਂ ਦੀ ਸੇਵਾ ਦਾ ਜਿਹੜੇ ਸਿੰਘ ਆ ਉਹ ਭਾਂਡਿਆਂ ਦੀ ਸੇਵਾ ਕਰਦੇ ਨੇ। ਇਧਰਲੇ ਬੰਨੇ ਸਾਡੇ ਜਿਹੜੀ ਆ ਕਿਚਨ ਦਾ ਏਰੀਆ ਵਾ ਜਿੱਥੇ ਕਿ ਬੀਬੀਆਂ ਭੈਣਾਂ ਸਵੇਰੋਂ ਲੈ ਕੇ 4 ਵਜੇ ਤੋਂ ਲੈ ਕੇ ਆ ਕੇ ਲੰਗਰ ਤਿਆਰ ਕਰਦੀਆਂ। ਤੇ ਜਿੰਨੇ ਵੀ ਮੇਰੇ ਵੀਰ ਭੈਣ ਨੇ ਇਹ ਵਲੰਟੀਅਰ ਤੌਰ ਤੇ ਨੇ ਜਿਹੜੇ ਇੱਥੇ ਕਿ ਸਵੇਰ ਤੋਂ ਆ ਕੇ ਜਿਹੜਾ ਲੰਗਰ ਦਾ ਪ੍ਰਸ਼ਾਦੇ ਤਿਆਰ ਕਰਦੇ ਨੇ। ਇਹ ਆਪਣੀ ਗੁਰੂ ਘਰ ਦੇ ਵਿੱਚ ਕਦੀ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਕਿਸੇ ਸੇਵਾ ਦੀ ਘਾਟ ਨਹੀਂ ਰਹਿੰਦੀ ਕਿਉਂਕਿ ਜਿੰਨੇ ਵੀ ਮੇਰੇ ਵੀਰ ਭੈਣਾਂ ਵਲੰਟੀਅਰ ਡਿਵੋਟਰੀ ਨੇ ਉਹ ਆ ਕੇ ਆਪਣੇ ਚੇਚੇ ਤੌਰ ਤੇ ਕਰਦੇ ਨੇ। ਇਹ ਪਹਿਲੇ ਆ ਨਿਊਯਾਰਕ ਦੇ ਵਿੱਚ ਜਿਹੜੇ ਸਟੀਮ ਦੇ ਚੁੱਲ੍ਹੇ ਲੱਗੇ ਨੇ, ਇਹਦੇ ਸਟੀਮ ਦੇ ਚੁੱਲ੍ਹਿਆਂ ਦੇ ਉੱਤੇ ਜਿਹੜਾ ਇਹ ਲੰਗਰ ਵਾ ਉਹ ਤਿਆਰ ਕੀਤਾ ਜਾਂਦਾ। ਇਸ ਲੰਗਰ ਦੇ ਵਿੱਚ ਜੋ ਗੁਰਬਾਣੀ ਦਾ ਰਸ ਵਾ, ਜਿੰਨੇ ਵੀ ਮੇਰੇ ਵੀਰ ਭੈਣਾਂ ਵਾ ਜਦੋਂ ਇਹ ਲੰਗਰ ਤਿਆਰ ਕਰਦੀਆਂ ਨਾਲ ਗੁਰਬਾਣੀ ਦਾ ਜਾਪ ਕਰਦੀਆਂ ਤੇ ਇਸ ਲੰਗਰ ਦੇ ਵਿੱਚ ਜਿਹੜੀ ਆ ਗੁਰੂ ਦੀ ਬਾਣੀ ਦਾ ਜੋ ਰਸ ਪੈਦਾ ਹੁੰਦਾ ਉਹਦੇ ਨਾਲ ਸਾਨੂੰ ਸੰਗਤਾਂ ਨੂੰ ਬਹੁਤ। ਭੈਣ ਜੀ ਆ ਦੱਸੋ ਤੁਸੀਂ ਸੇਵਾ ਜਿਹੜੀ ਵਲੰਟੀਅਰ ਤੌਰ ਤੇ ਕਰਦੇ ਜੇ ਕਿੰਨਾ ਤੁਹਾਨੂੰ ਆਨੰਦ ਆਉਂਦਾ ਜਦੋਂ ਤੁਸੀਂ ਲੰਗਰ ਦੀ ਸੇਵਾ ਕਰਦੇ ਜੇ ਇੱਥੇ ਆ ਕੇ? ਬਹੁਤ ਆਨੰਦ ਆਉਂਦਾ, ਬਹੁਤ ਆਨੰਦ ਆਉਂਦਾ। ਕਿੰਨੇ ਚਿਰ ਤੋਂ ਕਰਦੇ ਜੇ ਇੱਥੇ ਆ ਕੇ? ਚਿਰ ਦਾ ਤਾਂ ਨਹੀਂ ਪਤਾ, ਕਿਸੇ ਵੇਲੇ ਨਹੀਂ ਵੀ ਆ ਸਕੀਦਾ ਹਨਾ, ਪਰ ਆਉਂਦੇ ਅਸੀਂ ਹੈ ਸਾਰੇ ਆਪਣੇ ਭੈਣਾਂ ਭਰਾ ਆ ਕੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਾਡੇ ਸਿੱਖ ਧਰਮ ਦੇ ਵਿੱਚ ਇਹ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਇਹ ਲੰਗਰ ਦੀ ਰਸਮ ਚਲਾਈ ਹੈ। ਇਸ ਕਰਕੇ ਬੜੀ ਸ਼ਰਧਾ ਨਾਲ ਬੜੀ ਭਾਵਨਾ ਨਾਲ ਇਹ ਜਿਹੜੀਆਂ ਸੰਗਤਾਂ ਬੜੀ ਭਾਵਨਾ ਨਾਲ ਲੰਗਰ ਤਿਆਰ ਕਰਦੀਆਂ ਹਨ ਤੇ ਬੜੇ ਭਾਵਨਾ ਨਾਲ ਛਕਦੀਆਂ ਹਨ। ਇਹ ਸਾਨੂੰ ਬਹੁਤ ਚਾਅ ਉਤਸ਼ਾਹ ਹੁੰਦਾ ਕਿ ਅਸੀਂ ਗੁਰੂ ਘਰ ਦੀ ਵੱਧ ਤੋਂ ਵੱਧ ਸੇਵਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਰਿਵਾਰ ਦੇ ਉੱਤੇ ਮੈਂ ਸਮਝਦਾ ਕਿ ਗੁਰੂ ਦੀ ਬੜੀ ਬਖਸ਼ਿਸ਼ ਆ ਕਿਉਂਕਿ ਇਹਨਾਂ ਦਾ ਬੇਟਾ ਵੀ ਇਹਨਾਂ ਦਾ ਜਵਾਈ ਵੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਵੀ ਇੱਥੇ ਬੜੀ ਸੇਵਾ ਕਰਦਾ। ਹੁਣ ਸਾਡੇ ਜਿਨ੍ਹਾਂ ਨੂੰ ਅਸੀਂ ਲੰਗਰ ਵਾਲੇ ਸਿੰਘ ਕਹਿੰਦੇ ਆ ਉਹ ਭਾਈ ਸੀਤਲ ਸਿੰਘ ਜੀ ਨੇ ਜਿਹੜੇ ਕਿ ਇਹ ਇੰਚਾਰਜ ਵੀ ਨੇ ਤੇ ਗੁਰੂ ਘਰ ਦੇ ਜਦੋਂ ਵੀ ਸਾਨੂੰ ਗੁਰੂ ਘਰ ਅਗਨ ਭੇਟ ਵੀ ਹੋਇਆ ਸੀ ਇਹ ਸਿੰਘ ਭਾਵੇਂ ਅਟਲਾਂਟਿਕ ਐਵਨਿਊ ਤੋਂ ਜਾ ਕੇ ਲੰਗਰ ਤਿਆਰ ਕਰਕੇ ਲਿਆਉਂਦੇ ਸੀ। ਕਦੀ ਵੀ ਸੰਗਤਾਂ ਨੂੰ ਲੰਗਰ ਦੀ ਪ੍ਰੋਬਲਮ ਨਹੀਂ ਹੋਣ ਦਿੱਤੀ ਸੀ। ਪਰ ਮੈਂ ਭਾਈ ਸਾਹਿਬ ਨੂੰ ਬੇਨਤੀ ਕਰਦਾ ਕਿ 2 ਸ਼ਬਦ
ਆਪਣੇ ਸਿੱਖ ਕਲਚਰ ਵਿਭਾਗ ਤੇ ਕਿਸ ਹਿਸਾਬ ਨਾਲ ਤੁਸੀਂ ਸੇਵਾ ਕਰਦੇ ਜੋ ਉਹ ਦੱਸੋ। ਵਾਹ ਖਾਲਸਾ ਵਾਹਿ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਕਹਿਣਾ ਚਾਹੁੰਦਾ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਜਿੱਥੇ ਕਿ ਅਗਨ ਭੇਟ ਤੋਂ ਬਾਅਦ ਵੀ ਬਹੁਤ ਮਹਾਰਾਜ ਦੀ ਕਿਰਪਾ ਹੋਈ ਆ, ਸਾਰੇ ਸੇਵਾਦਾਰ ਇੱਥੇ ਸੇਵਾ ਕਰਦੇ ਹਨ। ਤਾਂ ਮਹਾਰਾਜ ਦੀ ਕਿਰਪਾ ਨਾਲ ਮਹਾਰਾਜ ਆਪ ਸੇਵਾ ਲੈਂਦੇ ਹਨ। 15-20 ਸਾਲ ਹੋ ਗਏ ਇੱਥੇ ਸੇਵਾ ਕਰਦੇ ਨੂੰ। ਬੜੀ ਸ਼ਰਧਾ ਆ, ਮਹਾਰਾਜ ਬੜੀ ਕਿਰਪਾ ਆ, ਬਹੁਤ ਆਨੰਦ ਆ। ਨਾਲ ਬਾਣੀ ਚੱਲਦੀ ਆ, ਬਾਣੀ ਪੜ੍ਹਦੇ ਆ, ਲੰਗਰ ਤਿਆਰ ਕਰਦੇ ਆ, ਸੁੱਚਮ ਆ, ਕੋਈ ਪੈਰਾਂ 'ਚ ਜੁੱਤੀ ਨਹੀਂ, ਕੋਈ ਜਰਾਬਾਂ ਨਹੀਂ, ਸਭ ਸੁੱਚਮ ਆ। ਇੱਥੇ ਬੀਬੀਆਂ ਦੇ ਸਿਰ ਢਕੇ ਹੋਏ ਨੇ। ਹਰੇਕ ਗੁਰਦੁਆਰਾ ਸਾਹਿਬ ਆ ਇਹੀ ਨਿਯਮ ਹੋਣਾ ਚਾਹੀਦਾ। ਲੰਗਰ ਹਾਲ 'ਚ ਜੋ ਵੀ ਸੇਵਾ ਚੱਲਦੀ ਆ ਮਹਾਰਾਜ ਦਾ ਦਿੱਤੀ, ਮਹਾਰਾਜ ਦਾ ਚਲਾਇਆ ਹੋਇਆ ਲੰਗਰ ਜਿਹੜਾ ਸੁੱਚਮ ਤਾਂ ਸੁੱਚ ਨਾਲ ਚੱਲਣਾ ਚਾਹੀਦਾ ਜੀ। ਇੰਨੀ ਬੇਨਤੀ ਸਾਰੀ ਸੰਗਤਾਂ ਨੂੰ ਕਰਦਾ ਹਾਂ ਕਿ ਸਾਰੇ ਬਾਣੀ ਪੜ੍ਹੋ ਤਾਂ ਨਾਮ ਜਪ ਕੇ ਲੰਗਰ ਤਿਆਰ ਮਹਾਰਾਜ ਦੀ ਕਿਰਪਾ ਨਾਲ ਕਰੋ, ਜਿੰਨਾ ਕਿ ਆਪਣਾ ਜੀਵਨ ਸਫਲ ਕਰੋ। ਤਾਂ ਮਹਾਰਾਜ ਦੀ ਕਿਰਪਾ ਨਾਲ ਸਾਰੇ ਸਿੰਘ ਹੈਗੇ ਇੱਥੇ 15-20 ਸਿੰਘ ਸਾਰੀ ਕਿਰਪਾ ਨਾਲ ਸੇਵਾ ਕਰਦੇ ਹਨ, ਬਾਣੀ ਪੜ੍ਹਦੇ ਹਨ। ਤਾਂ ਇਹੀ ਬੇਨਤੀ ਹੈ ਸਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਦਾ ਕਿ ਇਸ ਕਿਚਨ ਦੇ ਵਿੱਚੋਂ ਅਸੀਂ ਦੂਜੇ ਹਾਲ ਦੇ ਵਿੱਚ ਜਾ ਰਹੇ ਹਾਂ, ਜਿੱਥੇ ਸਾਡੇ ਗੁਰੂ ਘਰ ਦੇ ਵਿੱਚ ਕਿਸੇ ਮੇਰੇ ਵੀਰ ਭੈਣ ਨੂੰ ਜਦੋਂ ਧਾਰਮਿਕ ਬੁੱਕਾਂ, ਕਕਾਰ, ਸਾਡੀ ਗੁਰਬਾਣੀ ਦਾ ਪ੍ਰਚਾਰ, ਉਹ ਇਸ ਹਾਲ ਦੇ ਵਿੱਚ ਇਹਨਾਂ ਨੂੰ ਅਸੀਂ ਕਹਿੰਦੇ ਹਾਂ। ਉਹਨਾਂ ਨੇ ਸ਼ੁਰੂ ਤੋਂ ਹੀ ਉਹਨਾਂ ਦੇ ਵਿੱਚ ਇਹ ਬੜੀ ਲਗਨ ਆ ਵੀ ਉਹ ਲਗਨ ਦੇ ਨਾਲ ਇਹ ਆਪਣੀ ਸੇਵਾ ਨਿਭਾਉਂਦੇ ਨੇ। ਕੋਈ ਇਹ ਪੈਸਾ ਨਹੀਂ ਲੈਂਦੇ ਕਿਸੇ ਕੋਲੋਂ। ਜੇ ਕਿਸੇ ਦਾ ਕੋਈ ਜੀ ਕਰੇ ਆਪਣੀ ਮਰਜ਼ੀ ਨਾਲ ਆਪਣੀ ਕੋਈ ਡੋਨੇਸ਼ਨ ਵਲੰਟੀਅਰ ਤੌਰ ਤੇ ਆਪਣੀ ਪਾ ਦੇਵੇ। ਕਿਸੇ ਨੂੰ ਕੋਈ ਵੀ ਕਿਸੇ ਸ਼ਹੀਦਾਂ ਦੀ, ਕਿਸੇ ਗੁਰੂਆਂ ਦੀ ਜਾਂ ਕੋਈ ਹੋਰ ਕੈਸਟ ਜਾਂ ਜਿੰਨੇ ਸਾਡੇ ਕਕਾਰ ਨੇ। ਹੁਣ ਮੈਂ ਬਾਬਾ ਸੋਨਾ ਜੀ ਨੂੰ ਕਹਿੰਦਾ ਵੀ ਤੁਸੀਂ ਦੱਸੋ ਤੁਹਾਡੀ ਸੇਵਾ ਭਾਵਨਾ ਜਿਹੜੀ ਆ ਕਦੋਂ ਤੋਂ ਸ਼ੁਰੂ ਹੋਈ ਆ ਤੇ ਕਦੋਂ ਤੋਂ ਤੁਸੀਂ ਸਿੱਖ ਕਲਸਰੀ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਤੁਸੀਂ ਸੇਵਾ ਨਿਭਾਉਂਦੇ ਜੇ। ਹਰ ਕਮਾਈ ਭੈਣ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਜੋ ਆਪਣੀ ਅੰਮ੍ਰਿਤ ਬਾਣੀ ਦੇ ਨਾਲ ਜੁੜਦਾ ਜਾਂ ਉਹ ਸਿੱਖੀ ਸਰੂਪ ਦੇ ਨਾਲ ਜੁੜਦਾ, ਉਹਨੂੰ 5 ਕਕਾਰਾਂ ਦੇ ਜਿੰਨੇ ਵੀ ਸਾਨੂੰ ਜੋ ਚਾਹੀਦੇ ਨੇ ਉਹ ਤੁਸੀਂ ਫ੍ਰੀ ਸੇਵਾ ਨਿਭਾਉਂਦੇ ਜੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹ ਸਿੱਖ ਚੈਨਲ ਜਿਹੜਾ ਇੰਗਲੈਂਡ ਤੋਂ ਆਇਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰਿਆਂ ਦਾ ਪਹਿਲੀ ਗੱਲੋਂ ਧੰਨਵਾਦ। ਗੁਰੂ ਸਾਹਿਬ ਨੇ ਸੇਵਾ ਲਈ 20 ਸਾਲ ਹੋ ਗਏ ਆ ਤੇ ਮਹਾਰਾਜ ਕਿਰਪਾ ਕਰਦੇ ਆ ਤੇ ਕੋਸ਼ਿਸ਼ ਹੁੰਦੀ ਵੀ ਹਰ ਇੱਕ ਨੂੰ ਹਰ ਚੀਜ਼ ਪਹੁੰਚ ਜਾਏ। ਕੋਈ ਬੋਸਟਨ ਹੋਵੇ, ਦੂਜੀਆਂ ਪੈਨਸਿਲਵਾਨੀਆ ਹੋਵੇ, ਜਰਸੀ ਹੋਵੇ, ਕਿਤੇ ਵੀ ਕੋਸ਼ਿਸ਼ ਹਰ ਗੁਰਦੁਆਰਾ ਸਾਹਿਬ ਕਰੀਦੀ ਆ ਵੀ ਪਹੁੰਚਾਉਣ ਦੀ, ਵੀ ਜਿੰਨੇ ਕੁ ਮਹਾਰਾਜ ਵਾਹ ਪਾਉਂਦਾ। ਪਰ ਮੈਂ ਆਪਣਾ ਇਸ ਗੁਰਦੁਆਰਾ ਵੱਲੋਂ ਸਿੱਖ ਸੁਸਾਇਟੀ ਵੱਲੋਂ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਵੀ ਇਹਨਾਂ ਸਾਨੂੰ ਬਹੁਤ ਹੀ ਜ਼ਿਆਦਾ ਸਹਿਯੋਗ ਦਿੱਤਾ। ਖਾਸ ਕਰ ਕੰਗ ਸਾਹਿਬ ਨੇ, ਭਾਈ ਸਾਹਿਬ ਨੇ, ਇਹਨਾਂ ਸਾਡੀਆਂ ਸਾਰੀਆਂ ਮੁਸ਼ਕਲਾਂ ਹੱਲ ਕਰਤੀਆਂ ਤੇ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਸਾਨੂੰ ਵੀ ਇਹਨਾਂ ਕਿਰਪਾ ਕਰੇ, ਅਸੀਸ ਸਾਰਿਆਂ ਨੂੰ ਬਖਸ਼ੇ ਮਹਾਰਾਜ, ਤੇ ਵੱਧ ਤੋਂ ਵੱਧ ਸੇਵਾ ਕਰ ਸਕੀਏ। ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਨ ਸੋਨਾ ਜੀ। ਪਰ ਇੱਕ ਚੀਜ਼ ਮੈਂ ਹੋਰ ਦੁਹਰਾਉਣੀ ਚਾਹੁੰਦਾ, ਜਦੋਂ ਅਸੀਂ ਲੰਗਰ ਹਾਲ ਦੇ ਵਿੱਚ ਪੌੜੀਆਂ ਤੋਂ ਥੱਲੇ ਆਉਂਦੇ ਆ ਨਾ, ਤੇ ਜੋ ਸਾਡੇ ਸ਼ਹੀਦ ਨੇ, ਜੋ ਸਾਡੇ ਗੁਰੂ ਨੇ, ਜਿਹੜੇ ਸਾਡੇ ਬੱਚੇ ਜੰਗ ਬੱਚੇ ਆਉਂਦੇ ਨੇ, ਜਦੋਂ ਉਹ ਸਾਡਾ ਇਤਿਹਾਸ ਵੇਖਦੇ ਨੇ, ਲੰਗਰ ਹਾਲ ਦੇ ਵਿੱਚ ਜਾਂਦੇ ਨੇ, ਫਿਰ ਉਹ ਪੁੱਛਦੇ ਨੇ ਕਿ ਸਾਡਾ ਪਿਛੋਕੜ ਕੀ ਆ। ਉਹਦੇ ਨਾਲ ਜਿੰਨੀਆਂ ਵੀ ਤੁਸੀਂ ਵੇਖੋਗੇ ਸਾਡੇ 20ਵੀਂ ਸਦੀ ਦੇ ਸੰਤ ਭਿੰਡਰਾਂ ਵਾਲੇ ਭਾਈ ਜਰਨੈਲ ਸਿੰਘ ਜੀ, ਭਿੰਡਰਾਂ ਵਾਲੇ ਸੁੱਖਾ ਜੰਦਾ ਜੀ, ਜਿਨ੍ਹਾਂ ਨੇ ਪੰਥ ਦੀ ਡਿੱਗੀ ਹੋਈ ਪੱਗ ਨੂੰ ਮੁੜ ਕੇ ਫਿਰ ਸਿਰ ਤੇ ਸਜਾਇਆ। ਅਸੀਂ ਉਹਨਾਂ ਸ਼ਹੀਦਾਂ ਨੂੰ ਵੀ ਜਦੋਂ ਇਸ ਗੁਰੂ ਘਰ ਦੇ ਵਿੱਚ ਕੋਈ ਵੀ ਸਾਡਾ ਨਵਾਂ ਜਾਂ ਕੋਈ ਵੀ ਆਉਂਦਾ ਤੇ ਉਹਨਾਂ ਨੂੰ ਯਾਦ ਕਰਦਾ ਬਾਬਾ ਬੰਦਾ ਸਿੰਘ ਜੀ ਬਹਾਦਰ। ਪਰ ਜਿੰਨੇ ਵੀ ਸਾਡੇ ਯੋਧੇ ਨੇ, ਇਹ ਸਾਡੇ ਕੋਲ ਇੱਕ ਹੋਰ ਆ ਨਾਲ ਹਾਲ। ਇਹਦੇ ਵਿੱਚ ਜਦੋਂ ਕੋਈ ਵੀ ਸਾਡੇ ਕੋਲ ਪ੍ਰਾਈਵੇਟ ਫੰਕਸ਼ਨ ਹੁੰਦਾ ਗੁਰੂ ਘਰ ਦੇ ਵਿੱਚ, ਕਿਉਂਕਿ ਇਹਦੇ ਵਿੱਚ ਅਸੀਂ ਫਿਰ ਆਪਣੇ ਜਿੱਦਾਂ ਗੋਰੇ ਆਉਂਦੇ ਨੇ, ਫਿਰ ਅਸੀਂ ਇਹਦੀਆਂ ਐਂਟਰੈਂਸ ਬਾਹਰੋਂ ਆਉਂਦੀ ਆ ਤੇ ਇਸੇ ਹਾਲ ਦੇ ਵਿੱਚ ਅਸੀਂ ਆਪਣਾ ਜਿਹੜਾ ਵਾ ਉਹ ਕਰਦੇ ਹਾਂ। ਨਾਲੇ ਅਸੀਂ ਇੱਥੇ ਗੱਤਕਾ ਜਿਹੜੇ ਬੱਚੇ ਨੇ ਜੰਗ ਘਰ ਦੇ ਵਿੱਚ ਗੱਤਕੇ ਦੀਆਂ ਜਿਹੜੀਆਂ ਵਾ ਉਹ ਕਲਾਸਾਂ ਲੱਗਦੀਆਂ ਤੇ ਉਹਨਾਂ ਨੂੰ ਮਾਰਸ਼ਲ ਆਰਟ ਜਿਹੜਾ ਗੱਤਕਾ ਜਿਹੜਾ ਉਹ ਸਿਖਾਇਆ ਜਾਂਦਾ। ਇਹਦੇ ਨਾਲ ਹੀ ਮੈਂ ਸਾਡੇ ਚੇਅਰਮੈਨ ਸਾਹਿਬ ਨੂੰ ਕਹਿੰਦਾ ਇਹ ਵੀ 2-4 ਸ਼ਬਦ ਆਪਣੇ ਕਹਿਣ ਦੱਸਣ। ਸਰਜੀਤ ਸਿੰਘ ਜੀ ਮੂਧਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਭ ਤੋਂ ਪਹਿਲਾਂ ਸਿੱਖ ਚੈਨਲ ਵਾਲਿਆਂ ਦੇ ਬਹੁਤ ਬਹੁਤ ਧੰਨਵਾਦ ਹਾਂ ਤੇ ਇਹ ਸਾਡੇ ਗੁਰੂ ਘਰ ਦੀ ਕਵਰੇਜ ਕਰ ਰਹੇ ਨੇ ਤੇ ਜੋ ਵੀ ਇਹ ਗਾਂਹ ਮੁੜ ਕੇ ਦੇਸ਼ਾਂ ਵਿਦੇਸ਼ਾਂ ਤੱਕ ਸਭ ਇਸ ਟੈਲੀਕਾਸਟ ਕਰਕੇ ਸੰਗਤਾਂ ਨੂੰ ਦਿਖਾਉਣਗੇ ਕਿ ਨਿਊਯਾਰਕ ਦੀ ਧਰਤੀ 'ਤੇ ਇਹ ਪਹੁੰਚ ਕੇ ਇਸ ਗੁਰੂ ਘਰ ਦੀਆਂ ਜੋ ਗਤੀਵਿਧੀਆਂ ਵਾ ਤੇ ਬਹੁਤ ਹੀ ਢੰਗ ਦੇ ਨਾਲ ਸਰਦਾਰ ਗੁਰਦੇਵ ਸਿੰਘ ਗੰਗ ਹੋਣਾ ਦੱਸਤਾ ਵਾ ਤੇ ਅਸੀਂ ਹੁਣ ਕੀ ਦੱਸਣਾ, ਬਾਕੀ ਸਭ ਕੁਝ ਉਹਨਾਂ ਦੱਸ ਦਿੱਤਾ। ਤੇ ਬਹੁਤ ਬਹੁਤ ਸਿੱਖ ਚੈਨਲ ਦਾ ਧੰਨਵਾਦ ਕਰਦੇ ਹਾਂ ਕਿ ਅੱਗੇ ਤੋਂ ਵੀ ਇਸ ਤਰ੍ਹਾਂ ਇਹ ਗੁਰੂ ਸਾਹਿਬ ਦਾ ਜੋ ਇਤਿਹਾਸ ਆ ਸੰਗਤਾਂ ਤੱਕ ਸਰਵਣ ਕਰਾਏ ਜਾਣਗੇ
ਤੇ ਲੋਕਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦੇ ਰਹੇ ਆ ਤੇ ਇਸ ਤਰ੍ਹਾਂ ਦਿੰਦੇ ਰਹਿਣਾ। ਅਸੀਂ ਇਹਨਾਂ ਅੱਗੇ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਇਹਨਾਂ ਦੀ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਨ ਤੇ ਬਸ ਇਸ ਤਰ੍ਹਾਂ ਸਿੱਖ ਪੰਥ ਦਾ ਨਾਂ ਦੁਨੀਆ ਭਰ ਦੇ ਵਿੱਚ ਸੂਰਜ ਦੀ ਤਰ੍ਹਾਂ ਚਮਕਦਾ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਘਰ ਦੇ ਲੰਗਰ ਹਾਲ ਦੇ ਵਿੱਚ 2 ਜਿਹੜੇ ਐਲੀਵੇਟਰ ਨੇ, ਜਿਹੜੇ ਮੇਰੇ ਵੀਰ ਭੈਣਾਂ ਜਿਹੜੇ ਪੌੜੀਆਂ ਨਹੀਂ ਚੜ੍ਹ ਸਕਦੇ ਉਹਨਾਂ ਵਾਸਤੇ ਐਲੀਵੇਟਰ ਦੀ ਸੇਵਾ ਵਾ। ਉਹ ਪਹਿਲੀ ਫਲੋਰ ਤੋਂ ਥੱਲੇ ਬੇਸਮੈਂਟ ਤੋਂ ਲੈ ਕੇ ਚੌਥੀ ਫਲੋਰ ਤੱਕ ਜਾਂਦੇ ਆ ਤੇ ਇਹਦੇ ਨਾਲ ਹੀ ਜਿਹੜਾ ਸਾਡੇ ਵਾਸਤੇ ਲੰਗਰ ਵਾਸਤੇ ਜਿਹੜਾ ਇੱਕ ਐਲੀਵੇਟਰ ਆ ਉਹ ਉਧਰਲੇ ਬੰਨੇ ਜਿਹੜਾ ਗੁਰੂ ਘਰ ਦੇ ਵਿੱਚ ਲੱਗਾ ਵਾ। ਹੁਣ ਅਸੀਂ ਤੁਹਾਨੂੰ ਲੰਗਰ ਹਾਲ ਚੋਂ ਜਿਹੜੀ ਆ ਮੋਸ ਮੇਨ ਫਲਾਰ ਦੇ ਉੱਤੇ ਜਿੱਥੇ ਦਰਬਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇ, ਪ੍ਰਕਾਸ਼ ਨੇ, ਉੱਥੇ ਦੀਵਾਨ ਹਾਲ ਲੱਗਦੇ ਨੇ। ਸੰਗਤਾਂ ਲੰਗਰ ਛਕਣ ਜਿਹੜੀਆਂ ਉਹ ਪਹਿਲਾਂ ਇਧਰਲਾ ਦਿਖਾ ਲਿਓ ਨਾਲ ਮਾਰ ਗੁਰੂ ਘਰ ਦੀ। ਇਹਦੀਆਂ 2 ਐਂਟਰੈਂਸਾਂ ਨੇ ਬਾਹਰੋਂ ਆਉਂਦਿਆਂ ਨੂੰ। ਉਧਰਲੇ ਬੰਨੇ ਜੋੜਾ ਘਰ ਵਾ, ਉੱਥੇ ਹਰਿਮੰਦਰ ਸਾਹਿਬ ਦਾ ਜੋ ਮਾਡਲ ਵਾ ਉਹ ਸਜਾਇਆ ਗਿਆ ਵਾ, ਜਿਹਨੂੰ ਕਿ ਕੋਈ ਵੀ ਜੋ ਹਰਿਮੰਦਰ ਸਾਹਿਬ ਜਾ ਕੇ ਵੇਖਣਾ ਚਾਹੁੰਦਾ ਸੀ। ਸਾਡੇ ਬੱਚਿਆਂ ਦੇ ਵਿੱਚ ਉਤਸ਼ਾਹ ਸੀਗਾ ਉਸ ਟਾਈਮ ਦੇ ਵਿੱਚ। ਸਾਡੇ ਜਿਹੜੇ ਗੁਰੂ ਘਰ ਵੱਲੋਂ ਇਹਨੂੰ ਮਾਡਲ ਨੂੰ ਇੰਡੀਆ ਤੋਂ ਜਿਹੜਾ ਵਾ ਪੰਜਾਬ ਦੀ ਧਰਤੀ ਤੋਂ ਮੰਗਵਾਇਆ ਗਿਆ ਸੀ। ਇਹ ਸ਼੍ਰੀ ਹਰਿਮੰਦਰ ਸਾਹਿਬ ਦਾ ਮਾਡਲ ਆ। ਆਹ ਟੇਬਲ ਜਿਹੜਾ ਹੈ ਸਾਡੇ ਕੈਸ਼ੀਅਰ ਸਾਹਿਬ ਦਾ ਵਾ, ਉਹਦੇ ਨਾਲ ਦੂਸਰਾ ਟੇਬਲ ਜਿਹੜਾ ਸਾਡਾ ਉੱਥੇ ਆ ਤੇ ਦੀਵਾਨ ਹਾਲ ਇਹਦੋਂ ਸਿੱਧੇ ਜਾਂਦਿਆਂ ਨੂੰ ਆ। ਇੱਧਰਲੇ ਪਾਸੇ ਆ ਜਦੋਂ ਵੀ ਕੋਈ ਸਿੰਘ ਜਾਂ ਸਾਡਾ ਬੱਚਾ ਜਿਹੜਾ ਪੰਜਾਬ ਦੀ ਧਰਤੀ ਤੇ ਅਜੇ ਤੱਕ ਨਹੀਂ ਗਿਆ, ਜਦੋਂ ਉਹ ਇੱਥੇ ਦਰਸ਼ਨ ਕਰਦਾ ਉਹ ਸਮਝਦਾ ਕਿ ਮੈਂ ਹਰਿਮੰਦਰ ਸਾਹਿਬ ਦੇ ਜਿਹੜੇ ਦਰਸ਼ਨ ਆ ਉਹ ਕਰ ਰਿਹਾ ਵਾਂ। ਹੁਣ ਮੈਂ ਮੁਖਤਿਆਰ ਸਿੰਘ ਜੀ ਘੁੰਮਣ ਉਹਨਾਂ ਨੂੰ ਕਹਿਣਾ, ਉਹ ਤੁਹਾਨੂੰ ਜਾਣਕਾਰੀ ਦੇਣਗੇ। ਸੋ ਵਾਹਿ ਖਾਲਸਾ ਵਾਹਿ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਿੱਖ ਚੈਨਲ ਯੂਕੇ ਵਾਲਿਆਂ ਨੂੰ ਜੀ ਆਇਆਂ ਨੂੰ, ਜੋ ਇਹ ਸਾਡੇ ਟਰਾਈ ਸਟੇਟ ਦਾ ਸਭ ਤੋਂ ਵੱਡਾ ਜਿਹੜਾ ਗੁਰੂ ਘਰ ਸਿੱਖ ਕਲਚਰ ਸੁਸਾਇਟੀ ਜਿੱਥੇ ਪਹੁੰਚੇ ਨੇ। ਹੁਣ ਜਿਹੜੀ ਆਪ ਜੀ ਇਹ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨਕਸ਼ਾ ਦੇਖ ਰਹੇ ਹੋ, ਇਹ ਉਸ ਦੀ ਇੱਥੇ ਕਾਪੀ ਬਣਾਈ ਹੋਈ ਹੈ ਤਾਂ ਕਿ ਇਹ ਸ੍ਰੀ ਇੱਥੋਂ ਜਿਹੜਾ ਕੋਈ ਨਹੀਂ ਵੀ ਜਾ ਸਕਦਾ ਉਹ ਇੱਥੇ ਬੈਠਾ ਵੀ ਦੇਖ ਸਕਦਾ ਹੈ ਵੀ ਕਿੱਥੇ ਕੀਰਤਨ ਹੋ ਰਿਹਾ ਦਰਬਾਰ ਹਾਲ ਦੇ ਵਿੱਚ। ਅਕਾਲ ਤਖਤ ਸਾਹਿਬ ਉਸ ਤੋਂ ਉੱਪਰ ਹੈ। ਇਹ 4 ਰਸਤੇ ਨੇ ਅੰਦਰ ਆਉਣ ਦੇ। ਸਰੋਵਰ ਹੈ ਜਿੱਥੇ ਮਨ ਨੇ ਜਿੱਥੇ ਇਸ਼ਨਾਨ ਜਾ ਕੇ ਕਰਦੇ ਹਾਂ ਅਸੀਂ। ਇਸੇ ਤਰ੍ਹਾਂ ਹੀ ਇਹ ਜੇ ਨਕਸ਼ਾ ਹੈ ਸਾਡੇ ਸਰੀਰ ਦਾ ਵੀ ਹੈ। ਹਰਿਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਸੋ ਇਹ ਹਰੀ ਦਾ ਮੰਦਰ ਹੈ ਜੋ ਸਾਡਾ, ਇਸ ਦੇ ਅੰਦਰ ਦਾ ਹੀ ਨਕਸ਼ਾ ਹੈ ਜੋ ਬਾਹਰ ਬਣਾਇਆ ਸਤਿਗੁਰਾਂ ਨੇ। ਤੇ ਇਹ ਸਾਡਾ ਜੋ ਹੁਣ ਗੁਰੂ ਘਰ ਆਏ ਨੇ, ਇੱਥੇ ਐਂਟਰੈਂਸ ਹੈ ਮੇਨ ਐਂਟਰੈਂਸ ਤੇ ਆਉਂਦੇ ਨੇ। ਇੱਥੇ ਕੈਸ਼ੀਅਰ ਸਹਿਬਾਨ ਨੇ ਜਿਹੜੇ ਆਉਂਦੇ ਵੀ ਇੱਥੇ ਆਪਣੇ ਦਸਵੰਧ ਕੱਢਣਾ ਚਾਹੁੰਦੀ ਸੰਗਤ ਕਰਦੀ, ਉਹ ਇੱਥੇ ਬੈਠੇ ਹੁੰਦੇ ਨੇ। ਇਸ ਤੋਂ ਅੱਗੇ ਮੇਨ ਐਂਟਰੈਂਸ ਹੈ, ਜਿਹੜੀ ਐਂਟਰੈਂਸ ਦਰਬਾਰ ਹਾਲ ਨੂੰ ਜਾਂਦੀ ਹੈ। ਇਹ ਰੈਸਟ ਰੂਮ ਨੇ ਐਂਟਰੈਂਸ ਤੇ। ਭਾਈ ਖਾਲਸਾ ਇੱਥੋਂ ਸੰਗਤਾਂ ਆਉਂਦੀਆਂ ਨੇ ਆਪਣੇ ਹੱਥ ਪੈਰ ਸਾਫ਼ ਕਰਕੇ ਤੇ ਅੰਦਰ ਐਂਟਰ ਕਰਦੇ ਨੇ। ਅਸੀਂ ਦਰਬਾਰ ਹਾਲ ਵਿੱਚ ਜਾ ਰਹੇ ਹਾਂ। ਹੁਣ ਜਿਹੜਾ ਮੇਨ ਦਰਬਾਰ ਹਾਲ ਹੈ, ਜੋ ਮਹਾਰਾਜ ਸਮਝਾਉਂਦੇ ਨੇ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਇਸ ਦਰਬਾਰ ਹਾਲ ਵਿੱਚ ਆ ਕੇ ਸਾਨੂੰ ਉਹ ਮਹਿਸੂਸ ਹੁੰਦਾ ਹੈ ਕਿ ਜਿੱਥੇ ਜੋ ਵੀ ਅਸੀਂ ਆਪਣੇ ਜੀਵਨ ਜਿਹੜਾ ਗੁਰੂ ਤੋਂ ਬਿਨਾਂ ਜਦੋਂ ਜੀਵਨ ਜੀਨੇ ਆ, ਉਹ ਇਨਸਾਨ ਵਿੱਚ ਤੇ ਪਸ਼ੂ 'ਚ ਕੋਈ ਫਰਕ ਨਹੀਂ ਹੁੰਦਾ ਜੇਕਰ ਉਸ ਨੂੰ ਜੀਵਨ ਜੀਣ ਦਾ ਨਹੀਂ ਪਤਾ। ਅਸੀਂ ਪਸ਼ੂਆਂ ਦੀ ਨਿਆਈ ਜੀਨੇ ਆ। ਜਦੋਂ ਗੁਰੂ ਸਾਹਿਬ ਗਾਉਂਦੇ ਆ ਫਿਰ ਦੱਸਦੇ ਨੇ ਤੇ ਅਸੀਂ ਜੀਵਨ ਸੰਗਤ ਤੋਂ ਬਿਨਾਂ ਤੇ ਪਸ਼ੂਆਂ ਵਾਲਾ ਜੀਵਨ ਜੀਨੇ ਆ। ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ਼ੂ ਢੋਰ। ਫਿਰ ਪਤਾ ਲੱਗਦਾ ਹੈ ਕਿ ਇੱਥੇ ਦਰਬਾਰ ਹਾਲ ਦੇ ਵਿੱਚ ਆ ਕੇ ਅਸੀਂ ਨਾਲ ਇਨਸਾਨ ਬਣਨਾ ਹੈ। ਤੇ ਇਨਸਾਨ ਜਦੋਂ ਬਣਾਇਆ, ਜੇ ਅਸੀਂ ਸਾਨੂੰ ਬੰਦਾ ਬਣਾ ਕੇ ਭੇਜਿਆ ਤੇ ਕਰ ਬੰਦੇ ਤੋਂ ਬੰਦਗੀ ਜਿੱਚਰ ਘਟਵੇਂ ਸਾਸ। ਫਿਰ ਅਸੀਂ ਇੱਥੋਂ ਸਾਨੂੰ ਪਤਾ ਲੱਗਦਾ ਕਿ ਅਸੀਂ ਬੰਦਗੀ ਕਰਨੀ ਹੈ। ਬੰਦਗੀ ਕਰਕੇ ਫਿਰ ਅਸੀਂ ਅੱਗੇ ਮਾਨਸ ਦੇ ਦੇਵਤੇ ਪਏ ਕਰਤਨ ਲੱਗੀ ਵਾਰ। ਦੇਵਤਿਆਂ ਤੋਂ ਅੱਗੇ ਫਿਰ ਅਸੀਂ ਹੰਸ ਬਣਨਾ, ਜਿੱਥੇ ਹਮੇਸ਼ਾ ਹੀ ਨਾਮ ਨਾਲ ਜੁੜੇ ਰਹਿਣਾ। ਇਹ ਦਰਬਾਰ ਹਾਲ ਜੋ ਸਾਹਮਣੇ ਦੇਖ ਰਹੇ ਹੋ, ਦਰਬਾਰ ਹਾਲ ਦੇ ਵਿੱਚ ਆ ਕੇ ਸਾਨੂੰ ਸੋਝੀ ਪੈਂਦੀ ਹੈ ਕਿ ਸਾਡਾ ਜਿਹੜਾ ਜੀਵਨ ਹੈ ਉਹ ਹੁਣ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਹੁਣ ਸਾਡੇ ਗੁਰੂ ਘਰ ਦੇ ਵਜ਼ੀਰ ਸਾਹਿਬ ਭਾਈ ਭੁਪਿੰਦਰ ਸਿੰਘ ਜੀ
ਹੈੱਡ ਗ੍ਰੰਥ ਸੀ ਇਹ ਹੁਣ ਅੱਗੋਂ ਆਪ ਜੀ ਨੂੰ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਨਿਊਯਾਰਕ ਦੀ ਧਰਤੀ ਦੇ ਉੱਤੇ ਅਮਰੀਕਾ ਦੇ ਵਿੱਚ ਰਿਚਮੰਡ ਹਿੱਲ ਦੇ ਵਿੱਚ ਜੋ ਟਰਾਈ ਸਟੇਟ ਦਾ ਕੇਂਦਰੀ ਸਥਾਨ ਹੈ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ, ਉੱਥੇ ਤੁਹਾਨੂੰ ਸਾਰਿਆਂ ਨੂੰ ਮਿਲਾ ਰਹੇ ਹਾਂ ਸਿੱਖ ਚੈਨਲ ਦੇ ਨਾਲ। ਸਿੱਖ ਚੈਨਲ ਜਿਹੜਾ ਵਰਲਡ ਦੇ ਵਿੱਚ ਤੁਹਾਨੂੰ ਹਰ ਇੱਕ ਸਿੱਖ ਗਤੀਵਿਧੀ ਦੇ ਨਾਲ ਜੋੜਦਾ ਹੈ। ਗੁਰਦੁਆਰਿਆਂ ਵਾਸਤੇ, ਸਿਆਸਤ ਵਾਸਤੇ, ਧਰਮ ਵਾਸਤੇ, ਹਰ ਥਾਂ ਦੇ ਉੱਤੇ ਇਹਨਾਂ ਦੀ ਸੇਵਾ ਜਿਹੜੀ ਹੈ ਉਹ ਰਹਿੰਦੀ ਹੈ। ਔਰ ਅੱਜ ਸਾਡਾ ਸੁਭਾਗ ਹੈ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਨਿਊਯਾਰਕ ਦੇ ਇਸ ਟਰਾਈ ਸਟੇਟ ਦੇ ਕੇਂਦਰੀ ਸਥਾਨ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵਿਖੇ ਪਹੁੰਚੇ ਨੇ। ਅਸੀਂ ਇੱਥੋਂ ਦੀਆਂ ਸੰਗਤਾਂ, ਇੱਥੋਂ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਇਹਨਾਂ ਵੀਰਾਂ ਨੂੰ, ਸਿੱਖ ਚੈਨਲ ਵਾਲਿਆਂ ਨੂੰ ਜੀ ਆਇਆਂ ਆਖਦੇ ਹਾਂ, ਵਧਾਈ ਵੀ ਦਿੰਦੇ ਹਾਂ ਕਿ ਹਰ ਥਾਂ ਦੇ ਉੱਤੇ ਇਹ ਕੌਮੀ ਕਾਰਜਾਂ ਦੇ ਵਿੱਚ ਵੱਧ ਚੜ੍ਹ ਕੇ ਸੇਵਾ ਨਿਭਾਉਂਦੇ ਨੇ। ਇਵੇਂ ਸੇਵਾ ਨਿਭਾਉਂਦੇ ਰਹਿਣ, ਇਹਨਾਂ ਵਾਸਤੇ ਅਰਦਾਸ ਹੈ। ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਹੈ ਟਰਾਈ ਸਟੇਟ ਦਾ। ਔਰ ਇਸ ਗੁਰਦੁਆਰੇ ਦੀ ਖਾਸੀਅਤ ਇਹ ਹੈ ਕਿ ਜਿੱਥੇ ਇਹ ਧਾਰਮਿਕ ਸਮਾਗਮ ਤੇ ਜਿਹੜੇ ਗੁਰੂ ਘਰਾਂ ਵਿੱਚ ਹੁੰਦੇ ਨੇ ਉਹ ਕਰ ਹੀ ਰਹੇ ਨੇ, ਉੱਥੇ ਪੰਥਕ ਕਾਰਜ ਜਿਹੜੇ ਨੇ ਉਹ ਵੱਧ ਚੜ੍ਹ ਕੇ ਕੀਤੇ ਜਾਂਦੇ ਨੇ। ਕੌਮੀ ਦਰਦ ਔਰ ਕੌਮ ਦੀਆਂ ਸਮੱਸਿਆਵਾਂ ਨੂੰ ਸੰਸਾਰ ਦੇ ਅੰਦਰ ਪ੍ਰਗਟਾਇਆ ਜਾਂਦਾ ਹੈ। ਮੇਨ ਦੀਵਾਨ ਹਾਲ ਤੋਂ ਆਪਾਂ ਸੈਕੰਡ ਫਲੋਰ ਤੇ ਆਏ ਹਾਂ। ਇਹ ਸੈਕੰਡ ਫਲੋਰ ਜਿੱਥੇ ਉਹ ਗੁਰੂ ਕੇ ਲਾਲ, ਗੁਰੂ ਕੇ ਸੇਵਾਦਾਰ ਤੁਸੀਂ ਦੇਖ ਰਹੇ ਹੋ ਅੰਦਰ ਸੇਵਾ ਕਰ ਰਹੇ ਨੇ, ਇਹ ਸੁੱਖ ਅਸਥਾਨ ਦਾ ਰੂਮ ਹੈ ਜਿੱਥੇ ਮਹਾਰਾਜ ਜੀ ਦੇ ਸਰੂਪ ਸੁਖਾਸਨ ਹੁੰਦੇ ਨੇ। ਔਰ ਹਰ ਐਤਵਾਰ ਨੂੰ ਸਾਰੇ ਮਹਾਰਾਜ ਜੀ ਦੇ ਸਰੂਪ ਭਾਵੇਂ ਪ੍ਰਕਾਸ਼ ਹੋਏ ਹੋਣ ਜਾਂ ਨਾ ਹੋਏ ਹੋਣ, ਇਹ ਗੁਰਮੁਖ ਪਿਆਰੇ ਉਹਨਾਂ ਦੇ ਬਸਤਰ ਚੇਂਜ ਕਰਦੇ ਨੇ ਔਰ ਸਾਰੇ ਬੈੱਡ ਦੁਬਾਰਾ ਵਿਛਾਏ ਜਾਂਦੇ ਨੇ। ਵਿਛਾਈ ਦੁਬਾਰਾ ਹੁੰਦੀ ਹੈ, ਮਹਾਰਾਜ ਜੀ ਦੇ ਬਸਤਰ ਜਿਹੜੇ ਨੇ ਉਹ ਬਦਲੇ ਜਾਂਦੇ ਨੇ ਔਰ ਭਾਵਨਾ ਦੇ ਨਾਲ ਸਾਰੀ ਸੇਵਾ ਗੁਰਮੁਖ ਪਿਆਰੇ ਜਿਹੜੇ ਨੇ ਮਹਾਰਾਜ ਦੀ ਬਾਣੀ ਪੜ੍ਹਨ ਵਾਲੇ, ਨਾਮ ਜਪਣ ਵਾਲੇ, ਉਹ ਇਸ ਸਥਾਨ ਦੇ ਉੱਤੇ ਕਰਦੇ ਨੇ। ਇਹ ਮਹਾਰਾਜ ਦੇ ਸੁੱਖ ਆਸਣਾ ਵਾਲਾ ਕਮਰਾ ਹੈ, ਰੂਮ ਹੈ ਸਤਿਗੁਰੂ ਜੀ ਦਾ, ਜਿੱਥੇ ਮਹਾਰਾਜ ਜੀ ਵਿਸ਼ਰਾਮ ਕਰਦੇ ਨੇ। ਔਰ ਇਸ ਸਥਾਨ ਦੇ ਉੱਤੇ ਤੁਸੀਂ ਦਰਸ਼ਨ ਕੀਤੇ ਨੇ, ਨਕਮਸਤਕ ਹੋਏ ਹੋ। ਬਾਹਰ ਇਸ ਹਾਲ ਦੇ ਜਿੱਧਰਲੇ ਪਾਸੇ ਅਸੀਂ ਖਲੋਤੇ ਹਾਂ, ਇੱਧਰ ਆ ਛੋਟੇ ਛੋਟੇ ਜਿਹੜੇ ਰੂਮ ਬਣੇ ਨੇ, ਇੱਥੇ ਅਸੀਂ ਸੰਗਤਾਂ ਵੱਲੋਂ ਜੋ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਨੇ ਉਹ ਆਰੰਭ ਕਰੀਦੇ ਨੇ ਔਰ ਮਹਾਰਾਜ ਦੀਆਂ ਖੁਸ਼ੀਆਂ ਸੰਗਤਾਂ ਪ੍ਰਾਪਤ ਕਰਦੀਆਂ ਨੇ। ਔਰ ਇਹ 5 ਰੂਮ ਅਸੀਂ ਬਣਾਏ ਨੇ ਜਿਨ੍ਹਾਂ ਵਿੱਚ ਵੱਖ-ਵੱਖ ਸ਼੍ਰੀ ਅਖੰਡ ਪਾਠ ਸਾਹਿਬਾਨ ਦੀਆਂ ਸੇਵਾਵਾਂ ਹੁੰਦੀਆਂ ਨੇ। ਜਿਵੇਂ ਅੱਜ 2 ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ ਨੇ, ਕਈ ਵਾਰ ਵਧੇਰੇ ਅਖੰਡ ਪਾਠ ਸਾਹਿਬ ਹੋ ਜਾਂਦੇ ਹਨ ਤਾਂ ਫਿਰ ਅਸੀਂ ਸਾਡੇ ਪਾਸ ਹੋਰ ਜਿਹੜੇ ਹਾਲ ਨੇ ਉਹਨਾਂ ਦੇ ਵਿੱਚ ਵੀ ਅਸੀਂ ਇਹ ਸੇਵਾ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਪ੍ਰਾਪਤ ਕਰਦੇ ਹਾਂ। ਸੋ ਸਮੁੱਚੇ ਹੀ ਟਰਾਈ ਸਟੇਟ ਦੀ ਜਿਹੜੀ ਸੰਗਤ ਹੈ ਉਹਦੀ ਭਾਵਨਾ ਹੈ ਇਸ ਸਥਾਨ ਦੇ ਉੱਤੇ। ਸੋ ਅਸੀਂ ਸਾਰਿਆਂ ਨੂੰ ਫਿਰ ਜੀ ਆਇਆਂ ਆਖਦੇ ਹਾਂ। ਧੰਨਵਾਦ ਜੀ, ਬਹੁਤ ਦੇਨ ਸੇਵਾ ਸਾਨੂੰ ਜੁੜ ਕੇ ਹੈ ਕਿ ਜਨਰਲ ਸੈਕਟਰੀ ਜਿਹਨੂੰ ਕਈ ਸਾਲ ਹੋ ਗਏ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਨੇ, ਆਪਣੀ ਪੂਰੀ ਇੰਟਰੋਡਕਸ਼ਨ ਦੇਵੋ ਜੀ। ਮੈਂ ਭੁਪਿੰਦਰ ਸਿੰਘ ਟਵਾਲ ਜੀ, ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਜਨਰਲ ਸਕੱਤਰ, ਜੋ ਪਿਛਲੇ ਕਾਫੀ ਸਮੇਂ ਤੋਂ ਵੱਖ-ਵੱਖ ਅਹੁਦਿਆਂ ਤੇ ਇੱਥੇ ਦੇ ਪ੍ਰਬੰਧ ਦੇ ਵਿੱਚ ਜਿਹੜੀ ਸੇਵਾ ਜਿਹੜੀ ਨਾਲ ਕਰ ਰਹੇ ਹਾਂ ਜੀ। ਸਭ ਤੋਂ ਪਹਿਲਾਂ ਮੈਂ ਸਿੱਖ ਚੈਨਲ ਯੂਕੇ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ, ਜਿਹੜੇ ਇਸ ਮਹਾਨ ਕਾਰਜ ਲਈ ਸਾਡੇ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ 'ਚ ਪਹੁੰਚੇ ਆ। ਉਹਨਾਂ ਨੂੰ ਜੀ ਆਇਆਂ ਜੀ। ਇਹ ਸਿੱਖ ਚੈਨਲ ਜੋ ਇੰਗਲੈਂਡ ਤੋਂ ਸਿੱਖੀ ਦਾ ਪ੍ਰਚਾਰ ਵਰਲਡ ਦੇ ਵਿੱਚ ਕਰ ਰਿਹਾ ਆ, ਇਹ ਸਾਨੂੰ ਸਮੇਂ ਦੀ ਲੋੜ ਵੀ ਆ ਵੀ ਜਿਹੜੇ ਸਾਡਾ ਬਕਾਇਦਾ ਘਰਾਂ ਦੇ ਵਿੱਚ ਬੈਠੇ ਜਿਹੜੇ ਬੰਦੇ ਨਹੀਂ ਗੁਰਦੁਆਰੇ ਜਾ ਸਕਦੇ, ਅਸੀਂ ਜਿਹੜਾ ਸਿੱਖੀ ਆ, ਜਿਹੜੇ ਗੁਰਬਾਣੀ ਆ, ਉਹ ਉੱਥੋਂ ਸਿੱਖ ਜਿਹੜੀ ਸੁਣ ਸਕੀਏ। ਸੋ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਜਿਹੜਾ ਸਾਡੇ ਗੁਰਦੁਆਰਾ ਸੈਕੰਡ ਫਲੋਰ ਤੇ ਇਸ ਵੇਲੇ ਚੱਲ ਰਹੇ ਆ। ਤੇ ਤੁਸੀਂ ਦੇਖਿਆ ਉਧਰ ਸੱਚਖੰਡ ਸਾਹਿਬ ਸਾਡਾ, ਤੇ ਜਿੱਥੇ ਅਖੰਡ ਪਾਠ ਸਾਹਿਬ ਦੀ ਸੇਵਾ ਹੁੰਦੀ ਹੈ। ਇੱਕ ਸਾਡਾ ਮਲਟੀਪਰਪਜ਼ ਹਾਲ ਜਿਹੜਾ ਆ ਇਹ ਅਸੀਂ ਹੈ ਜਿੱਥੇ ਤੁਸੀਂ ਹੁਣ ਇਸ ਵੇਲੇ ਦੇਖ ਰਹੇ ਹੋ। ਸੋ ਇੱਥੇ ਜਿਹੜੇ ਜਦੋਂ ਸਾਡਾ ਕੋਈ ਜਿੱਦਾਂ ਅੱਜ ਸੰਡੇ ਵੀ ਕੋਈ ਥੱਲੇ ਦੀਵਾਨ ਚੱਲਦਾ ਆ, ਕਿਸੇ ਦਾ ਵਿਆਹ ਸ਼ਾਦੀ ਪ੍ਰੋਗਰਾਮ ਆ, ਸੋ ਕਿਸੇ ਦੀ ਵੀ ਕੋਈ ਵੀ ਰੁਕਾਵਟ ਨਾ ਆਵੇ। ਇਹ ਜਿਹੜਾ ਵਿਸ਼ੇਸ਼ ਹਾਲ ਜਿਹੜਾ ਇਸ ਕਰਕੇ ਬਣਾਇਆ ਗਿਆ ਆ। ਸੋ ਤੁਸੀਂ ਦੇਖ ਰਹੇ ਹੋ ਜੋ ਪੰਥਕ ਮੀਟਿੰਗਾਂ ਜੋ ਸਾਡੇ ਸਾਰਾ ਹੁੰਦੇ ਆ, ਵੱਡੇ ਇਕੱਠ ਹੁੰਦੇ ਆ, ਉਹ ਸਾਰੇ ਇਸ ਹਾਲ 'ਚ ਹੀ ਕੀਤੇ ਜਾਂਦੇ ਆ। ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਵੀ ਸਾਰਾ ਇੱਥੇ ਕੀਤਾ ਜਾਂਦਾ ਹੈ ਜੀ, ਜੋ 24 ਤਰੀਕ ਨੂੰ ਹੁਣ ਫਿਰ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰੋਗਰਾਮ ਤੋਂ ਬਾਅਦ ਦੂਸਰੇ ਦਿਨ ਜਿਹੜਾ ਹੋ ਰਿਹਾ ਆ।
ਸੋ ਬਕਾਇਦਾ ਇਹ ਗੁੰਬਦ ਦੀ ਜਿਹੜੀ ਕੁਦਰਤੀ ਲਾਈਟ ਜਿਹੜੀ ਸਾਰਾ ਇਹਦਾ ਪ੍ਰੋਗਰਾਮ ਵੀ ਇੱਥੇ ਹੀ ਕੀਤਾ ਆ। ਆਪਣੇ ਗੁਰੂ ਘਰ ਦੀ ਸਾਰੀ ਇਮਾਰਤ ਬਾਰੇ ਦੱਸ ਰਹੇ ਹਾਂ। ਹੁਣ ਅਸੀਂ ਤੀਜੀ ਫਲੋਰ ਤੇ ਆ ਗਏ ਹਾਂ। ਆਹ ਜਿਹੜੇ ਕਮਰੇ ਨੇ ਇੱਥੇ ਜਿਹੜੇ ਕਥਾਵਾਚਕ ਕੀਰਤਨ ਵਾਲੇ ਸਿੰਘ ਹੋਰ ਰਾਗੀ ਢਾਡੀ ਆਉਂਦੇ ਨੇ, ਯਾਤਰੂਆਂ ਵਾਸਤੇ ਵੀ ਇਹ ਸਾਰਾ ਰਿਹਾਇਸ਼ ਦਾ ਪ੍ਰਬੰਧ ਆ ਤੇ ਬਹੁਤ ਵਧੀਆ ਪ੍ਰੋਗਰਾਮ, ਬਹੁਤ ਖੁੱਲ੍ਹੀ ਜਗ੍ਹਾ ਵਾ। ਜੇ ਇੱਕ ਦਿਨ ਦੇ ਵਿੱਚ 3-3 4-4 ਵਿਆਹ ਵੀ ਹੋਣ ਤੇ ਇੰਨੇ ਹਾਲ ਇੱਥੇ ਕੋਈ ਪ੍ਰੋਬਲਮ ਨਹੀਂ ਹੈਗੀ। ਬੜਾ ਵਧੀਆ ਸਾਡੇ ਗੁਰੂ ਘਰ ਦੇ ਜਿਹੜੇ ਵਜ਼ੀਰ ਨੇ ਉਹ ਪ੍ਰਬੰਧ ਚਲਾਏ ਜਾਂਦੇ ਨੇ ਤੇ ਪ੍ਰਬੰਧਕ ਕਮੇਟੀ ਵੀ ਪੂਰਾ ਸਹਿਯੋਗ ਦੇ ਰਹੀ ਹੈ, ਸੰਗਤਾਂ ਵੀ ਸਹਿਯੋਗ ਦੇ ਰਹੀਆਂ ਤੇ ਬਾਕੀ ਇੱਥੇ ਕੀਰਤਨੀ ਸਿੰਘ ਆ ਦੇਖ ਲਓ ਕਿਤੇ ਸਟੇ ਕਰਦੇ ਨੇ, ਉਹਨਾਂ ਵਾਸਤੇ ਰਿਹਾਇਸ਼ ਆ ਤੇ ਬਸ ਸਾਰਾ ਉਹਦੇ ਚੱਲਦਾ ਰਿਹਾ। ਜਿੰਨਾ ਵੀ ਕੁਛ ਕਹਿ ਦੀ ਉਹਨਾਂ ਵੀ ਥੋੜ੍ਹਾ ਹੈ। ਬਾਕੀ ਅਸੀਂ ਇਹ TV ਚੈਨਲਾਂ ਦਾ ਧੰਨਵਾਦ ਕਰਦੇ ਹਾਂ। ਸਿੱਖ ਚੈਨਲ ਜਿਹੜੇ UK ਤੋਂ ਸਪੈਸ਼ਲ ਇਸ ਟਰਾਈ ਸਟੇਟ ਦਾ ਕੇਂਦਰੀ ਸਥਾਨ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੀ ਪੂਰੀ ਕਵਰੇਜ ਕਰ ਰਹੇ ਨੇ। ਦਾਸ ਸਰਜੀਤ ਸਿੰਘ ਮੂਦਲ ਚੇਅਰਮੈਨ ਬਤੌਰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ। ਅਸੀਂ ਲੰਮੇ ਸਮੇਂ ਤੋਂ 5 ਸਾਲ ਬੋਰਡ ਆਫ ਟਰਸਟ ਦਾ ਸੈਕਟਰੀ ਰਿਹਾ, 2 ਸਾਲ ਮੈਂ ਮੈਂਬਰ ਰਿਹਾ ਤੇ ਹੁਣ ਬਤੌਰ ਚੇਅਰਮੈਨ ਦੀ ਸੇਵਾ ਕਰ ਰਹੇ ਹਾਂ ਤੇ ਵਾਹਿਗੁਰੂ ਇਸ ਤਰ੍ਹਾਂ ਹੀ ਸੇਵਾ ਕਰਾਉਂਦਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖ ਹੀ ਰਹੇ ਹੋ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਜਿਹੜੀ ਸੁੰਦਰ ਇਮਾਰਤ ਹੈ, ਹਜੇ ਇਹਦੇ ਵਿੱਚ ਬਹੁਤ ਸਾਰਾ ਕੰਮ ਹੋਣ ਵਾਲਾ ਰਹਿੰਦਾ ਆ ਤੇ ਜਿਹੜਾ ਪ੍ਰੋਗਰਾਮ ਹੈ ਉਹ ਨਾਲ ਦੀ ਨਾਲ ਚੱਲ ਰਹੇ ਆ। ਹਜੇ ਉਹਦੀ ਬਾਹਰਲੀ ਡੈਕੋਰੇਸ਼ਨ ਜਿਹੜੀ ਹਜੇ ਕੰਪਲੀਟ ਨਹੀਂ ਹੋਈ। ਸੋ 3rd ਫਲੋਰ ਤੋਂ ਹੁਣ ਅਸੀਂ ਜਿਹੜਾ 4th ਫਲੋਰ ਤੇ ਜਾ ਰਹੇ ਹਾਂ। ਪੂਰਾ ਜਿਹੜਾ ਸਕੂਲ ਨੂੰ ਸਮਰਪਿਤ ਹੈ ਜੀ ਤੇ ਆਓ ਤੁਹਾਨੂੰ ਦਿਖਾਉਂਦੇ ਆ 4th ਫਲੋਰ ਤੇ। ਇਹ ਜਿਹੜੀ ਆ ਸਾਡੀ ਜਿਹੜੀ 4th ਫਲੋਰ ਹੈ ਜੀ ਗੁਰਦੁਆਰਾ ਸਾਹਿਬ ਦੀ, ਜਿਹੜੀ ਅਸੀਂ ਪੂਰੀ ਤੌਰ ਤੇ ਬੱਚਿਆਂ ਦੇ ਸਕੂਲ ਲਈ ਸਮਰਪਿਤ ਕੀਤੀ ਆ। ਤੁਸੀਂ ਦੇਖਦੇ ਹੋ ਇੱਥੇ 9 ਜਾਂ 10 ਜਿਹੜੇ ਮਲਟੀਪਰਪਜ਼ ਜਿਹੜੇ ਰੂਮ ਆ, ਜਿੱਥੇ ਬੱਚਿਆਂ ਦੇ ਬਕਾਇਦਾ ਡੈਸਕ ਲਾ ਕੇ ਉਹਨਾਂ ਦੀਆਂ ਕਲਾਸਾਂ ਦਾ ਪੂਰਾ ਇੰਤਜ਼ਾਮ ਕੀਤਾ ਆ। ਸੋ ਬੱਚੇ ਜਿਹੜੇ ਆ ਪੰਜਾਬੀ ਵੀ ਸਿੱਖਦੇ ਆ ਹਰ ਤਰ੍ਹਾਂ ਦੀ ਬੱਚਿਆਂ ਦੀ ਹਰੇਕ ਤਰ੍ਹਾਂ ਦੀ ਜਿਹੜੀ ਸਹੂਲਤ ਆ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ। ਇਹ ਸਾਡੇ ਟੀਚਰ ਆ ਜੀ ਜਿਹੜੇ ਬੱਚਿਆਂ ਨੂੰ ਸਿਖਾ ਰਹੇ। ਹਜੇ ਬੱਚੇ ਪਹੁੰਚੇ ਨਹੀਂ ਗੇ, ਕਲਾਸ ਦਾ ਟਾਈਮ ਨਹੀਂ ਹਜੇ ਹੋਇਆ। ਸੋ ਕੁਝ ਬੱਚੇ ਆਏ ਆ। ਮੈਂ ਆਪਣੇ ਟੀਚਰ ਸਾਹਿਬ ਨੂੰ ਬੇਨਤੀ ਕਰਦਾ ਵੀ ਥੋੜ੍ਹਾ ਬਹੁਤ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਸਾਡੇ ਕੋਲ ਇੱਥੇ ਬੱਚੇ ਪੰਜਾਬੀ ਜਿਵੇਂ ਸਿੱਖਣ ਆਉਂਦੇ ਆ, ਪੜ੍ਹਨ ਲਈ ਆਉਂਦੇ ਆ ਤੇ ਬੱਚਿਆਂ ਨੂੰ ਛੋਟੇ ਬੱਚੇ 4-5 ਸਾਲ ਤੋਂ ਸ਼ੁਰੂ ਹੋ ਜਾਂਦੇ ਆ ਤੇ ਪੰਜਾਬੀ ਦੀਆਂ ਕਲਾਸਾਂ ਲੱਗਦੀਆਂ, ਕੀਰਤਨ ਦੀਆਂ ਕਲਾਸਾਂ ਲੱਗਦੀਆਂ। ਬੱਚੇ ਸੋਹਣਾ ਸਿੱਖਦੇ ਆ, ਸਿੱਖ ਲੈਂਦੇ ਆ ਜੇ ਲਗਾਤਾਰ ਆਉਣ ਤੇ ਬੋਲਣਾ ਸਿੱਖਦੇ ਆ। ਦੇਖਦੇ ਰਹੋ ਹਜੇ ਬੱਚੇ ਸਾਡੇ ਕੋਲ ਪਹੁੰਚੇ ਆ। ਸਾਡੇ ਕੋਲ ਸਹਿਜ ਕੌਰ ਬੈਠੀ ਜਿਹੜੇ 3ਰਾ ਸਾਲ ਹੋ ਗਿਆ ਇੱਥੇ ਨੂੰ ਪੰਜਾਬੀ ਕੀਰਤਨ ਹਰ ਤਰ੍ਹਾਂ ਸਿੱਖਦੀ ਆ। ਇਸ ਵੇਲੇ ਕੀਰਤਨ ਦੇ ਵਿੱਚ ਇਹ ਬਹੁਤ ਵਧੀਆ ਜਿਹੜਾ ਕੀਰਤਨ ਕਰਦੀ ਬੱਚੀ, ਪੂਰਾ ਸਿੱਖ ਕੇ ਬਕਾਇਦਾ ਅਸੀਂ ਬੱਚਿਆਂ ਦਾ ਜਿਹੜਾ ਥੱਲੇ ਸਟੇਜ ਤੇ ਸੰਡੇ ਨੂੰ ਕੀਰਤਨ ਵੀ ਕਰਵਾਉਂਦੇ ਆ ਤਾਂ ਕਿ ਬੱਚੇ ਜਿਹੜੇ ਉਤਸ਼ਾਹਤ ਹੋਣ, ਇਸ ਪਾਸੇ ਲੱਗਣ। ਸੋ ਇਹ ਬੇਟੀ ਪਿੱਛੇ ਜਿਹੇ ਇੱਕ ਚੈਨਲ ਨੇ ਇੱਥੇ ਕੋਈ ਧਾਰਮਿਕ ਜਿਹੜਾ ਪ੍ਰੋਗਰਾਮ ਕਰਾਇਆ ਸੀ, ਉਹਦੇ ਵਿੱਚ ਸਵਾਲ ਜਵਾਬ ਸੀ ਉਹਨਾਂ ਦੇ 100। ਇਹ ਬੇਟੀ 2 ਬੇਟੀਆਂ ਇੱਥੋਂ ਸਾਡੇ ਚੋਂ ਤਕਰੀਬਨ 200 ਬੱਚਾ ਸੀ, ਜਿਹਦੇ ਵਿੱਚੋਂ ਇਹ 2 ਬੱਚੇ ਜਿਹੜੇ ਆ ਉਹਦੇ ਵਿੱਚ ਸਿਲੈਕਟ ਹੋਏ ਸੀਗੇ। ਸੋ ਉਹਨਾਂ ਦਾ ਅਗਾਂਹ ਪ੍ਰੋਗਰਾਮ ਸੀ, ਗਏ ਨਹੀਂ ਗੇ। ਸੋ ਬੱਚੀ ਨੂੰ ਜੇ ਤੁਸੀਂ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਇਹ ਬੇਟੀ ਤੁਸੀਂ ਸਹਿਜ ਕੌਰ ਦੇਖਦੇ ਹੋ ਜਿਹਨੇ ਬੜਾ ਗੁਰਬਾਣੀ ਕੰਠ ਯਾਦ ਆ, 5 ਬਾਣੀਆਂ ਦਾ ਨਿਤਨੇਮ ਕਰਦੀ ਆ। ਪਰ ਜੇ ਅਸੀਂ ਦੇਖੀਏ, ਅਸੀਂ ਜਿਹੜੇ ਗੁਰਦੁਆਰੇ ਜਾਂ ਸਕੂਲੇ ਤੱਕ ਸਾਧਨ ਹੁੰਦੇ ਆ, ਮੇਨ ਦੇਣ ਜਿਹੜੀ ਆ ਉਹ ਪੇਰੈਂਟਸ ਦੀ ਹੁੰਦੀ ਆ। ਸੋ ਸਹਿਜ ਕੌਰ ਦੇ ਪਿਤਾ ਜੀ ਜਿਹੜੇ ਇੱਥੇ ਮੌਜੂਦ ਆ, ਸੋ ਮੈਂ ਉਹਨਾਂ ਨੂੰ ਕਹੂੰਗਾ ਵੀ ਤੁਸੀਂ ਦੱਸੋ ਬੱਚੀ ਨੂੰ ਕਿਵੇਂ ਇਸ ਪਾਸੇ ਉਤਸ਼ਾਹਿਤ ਕੀਤਾ ਤੇ ਕਿਵੇਂ ਬੱਚੇ ਲੱਗੇ ਆ ਤਾਂ ਕਿ ਬਾਕੀ ਵੀ ਇਹ ਚੀਜ਼ਾਂ ਦੇਖ ਕੇ ਆਪਣੇ ਬੱਚਿਆਂ ਨੂੰ ਉਤਸ਼ਾਹਿਤ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। ਦਾਸ ਜਦੋਂ ਕਾਫੀ ਸਾਲ ਪਹਿਲੇ ਮੈਂ ਸੰਤ ਬਾਬਾ ਰਾਮ ਸਿੰਘ ਜੀ ਦਾ ਕੀਰਤਨ ਸੁਣਿਆ ਸੀ, ਪੰਜਾਬ ਵਿੱਚ ਹੈਗੇ ਹਰਿਆਣੇ ਵਾਲਿਆਂ ਦਾ। ਉਹਨਾਂ ਨੇ ਕਿਹਾ ਸੀ ਜਿਹੜਾ ਤੁਸੀਂ ਪੈਸਾ ਕਮਾਉਂਦੇ ਹੋ ਉਹ ਬੱਚਿਆਂ ਆਪਣੇ ਬੈਂਕ 'ਚ ਜਮ੍ਹਾਂ ਕਰਾਉਂਦੇ ਹੋ ਤੇ ਬੈਂਕ 'ਚ ਜਮ੍ਹਾਂ ਕਰਾ ਕੇ ਕੀ ਕਹਿੰਦੇ ਹੋ, ਇਹ ਮੇਰੇ ਪੁੱਤ ਵਾਸਤੇ, ਇਹ ਮੇਰੇ ਧੀ ਵਾਸਤੇ ਹੈਗਾ। ਕਹਿੰਦਾ ਤੁਸੀਂ ਅਗਰ ਆਈਓ ਪੈਸਾ ਤੁਸੀਂ ਇਹਨਾਂ 'ਤੇ ਖਰਚੋ, ਆਈਓ ਪੈਸਾ ਇਹਨਾਂ ਤੋਂ ਆਪਣਾ ਬੈਂਕ 'ਚ ਇਹਨਾਂ 'ਤੇ ਖਰਚੋ। ਕਹਿੰਦਾ ਖਰਚਣਾ ਕੀ ਹੈਗਾ, ਬੱਚੇ ਨੂੰ ਕੋ ਸਵੇਰੇ ਨਿਤਨੇਮ ਸੁਣਾ, ਤੈਨੂੰ ਮੈਂ $100 ਦੇਵਾਂਗਾ। ਉਸ ਤੇ ਤੁਸੀਂ ਰੋਜ਼ ਦਾ ਕਿ ਤੈਨੂੰ ਆਪਣੇ ਬੈਂਕ 'ਚ $100-200 ਜਮ੍ਹਾਂ ਕਰ ਦਿੰਦੇ ਹੋ। ਪਰ ਉਹ ਕੀ ਕਰਦੇ ਨੇ, ਵੱਡੇ ਹੋ ਕੇ ਕਹਿੰਦੇ ਕਾਰਾਂ ਲੈ ਲੈਂਦੇ ਨੇ, ਆਈਬਰੋ ਬਣਾ ਲੈਂਦੇ ਨੇ, ਵਾਲ ਕੱਟ ਲੈਂਦੇ ਨੇ, ਹੋਰ ਪਾਸੇ ਚਲੇ ਜਾਂਦੇ ਨੇ। ਤੇ ਮੈਂ ਕੀ ਕਰਦਾ, ਜਦੋਂ ਛੋਟੀ ਹੁੰਦੇ ਸੀ ਤੇ ਮੈਨੂੰ ਗੁਰਦੁਆਰੇ ਲੈਣਾ ਕਹਿੰਦਾ ਸੀ, ਮੈਨੂੰ ਸਵੇਰੇ ਕਹਿੰਦਾ ਸੀ ਸਹਿਜ ਸਵੇਰੇ ਉੱਠੇਗੀ $50 ਮਿਲੇਗਾ। ਗੁਰਦੁਆਰੇ ਜਾ ਕੇ ਅਗਰ ਨਿਤਨੇਮ ਕਰੋ, ਨਿਤਨੇਮ ਕਰਕੇ ਜਾਏਗੀ $50 ਮਿਲੇਗਾ। ਤੇ ਮੈਂ $100 ਦਿੰਦਾ ਵੀ ਸੀ ਇਹਨਾਂ ਨੂੰ। ਮੈਂ ਇਹਨਾਂ ਨੂੰ ਆਪਣੇ ਮੁੰਡੇ ਨੂੰ ਵੀ ਤੇ ਇਹਨਾਂ ਨੂੰ ਮੈਂ $500 ਦਿੱਤਾ ਹੋਇਆ ਇਹਨਾਂ ਨੂੰ ਉੱਠਣ ਦਾ ਸਿਰਫ।
ਤੇ ਇਹ ਲਾਲਚ ਵਿੱਚ ਆ ਕੇ ਉੱਠਦੇ ਵੀ ਸੀ। ਤੇ ਮੈਂ ਉਹਨਾਂ ਨੂੰ ਪਿੱਛੇ ਸ਼ਰਤ ਰੱਖੀ ਸੀ, ਹੁਣ ਤੁਹਾਨੂੰ ਲੈਪਟਾਪ ਤਾਂ ਲਾ ਕੇ ਦੇਵਾਂਗਾ ਕਿ ਤੂੰ ਮੈਨੂੰ ਜਪਜੀ ਸਾਹਿਬ ਦਾ ਪੂਰਾ ਪਾਠ ਕਰਨੇ, ਪੂਰਾ ਜਪਜੀ ਸਾਹਿਬ ਪਾਠ ਕਰਨ ਕਰਤਾ। ਹੁਣ ਆਉਣ ਵਾਲੇ ਬਲੈਕ ਫਰਾਈਡੇ ਤੋਂ ਉਹਨਾਂ ਨੂੰ ਲੈਪਟਾਪ ਵੀ ਲੈ ਕੇ ਦੇਣਾ। ਮੈਂ ਸਭ ਨੂੰ ਕਹਿਣਾ ਕਿ ਆਪਣੇ ਜਿਹੜਾ ਤੁਸੀਂ ਬੈਂਕ 'ਚ ਪੈਸਾ ਜਮਾਉਂਦੇ ਕਰਾਂਦੇ ਹੋ ਉਹ ਕਰੋ, ਪਰ ਬੱਚਿਆਂ ਨੂੰ ਲਾਲਚ ਦੇ ਕੇ ਜਿਵੇਂ ਗੁਰਸਿੱਖ ਪਾਸੇ ਲਗਾਓ ਤਾਂ ਕਿ ਲਗਾਓ। ਹੁਣ ਸਵੇਰੇ ਉੱਠਦੀ ਹੈ, ਸੈਟਰਡੇ ਸੰਡੇ ਨੂੰ ਉਹਨੂੰ ਛੁੱਟੀ ਹੁੰਦੀ ਹੈ, ਇਹ ਸੈਟਰਡੇ ਸੰਡੇ ਨੂੰ 2 ਵਜੇ ਉੱਠਦੀ ਹੈ, ਇਸ਼ਨਾਨ ਕਰਦੀ ਹੈ, ਨਿਤਨੇਮ ਕਰਦੀ, ਪਹਿਲੇ ਸਿਮਰਨ ਕਰਦੀ ਹੈ, ਫਿਰ 5 ਮਿੰਟ ਨਿਤਨੇਮ ਕਰਦੀ ਹੈ, ਫਿਰ ਉਸ ਸੋ ਜਾਂਦੀ ਹੈਗੀ। ਫਿਰ ਹੁਣ ਗੁਰਦੁਆਰੇ ਆਈਏ, ਹੁਣ ਕੀਰਤਨ ਦੀ ਰੂਟੀਨ ਕਰੇਗੀ, ਫਿਰ ਘਰ ਜਾ ਕੇ ਰਾਗ ਸਿਫਤ ਕਰੇਗੀ, ਫਿਰ YouTube ਤੇ ਜਾ ਕੇ ਰਾਗ ਦੇਖੇਗੀ, ਜਿਹੜੇ ਰਾਗ ਨਹੀਂ ਆਏ ਨੇ ਉਹਨਾਂ ਨੂੰ ਫਿਰ ਉਹਨੂੰ ਕੰਠ ਕਰੇਗੀ। ਤੇ ਮੈਂ ਸਭ ਨੂੰ ਕਹਾਂਗਾ ਕਿ ਬਹੁਤ ਬਹੁਤ ਧੰਨਵਾਦ ਜੀ। ਇਹ ਮਾਪੇ ਦੀ ਦੇਣ ਹੁੰਦੀ ਆ, ਬੱਚੇ ਸਹੀ ਪਾਸੇ ਲੱਗ ਜਾਣ। ਐਂਡ ਭਾਈ ਸਾਹਿਬ ਨੇ ਬਹੁਤ ਵਧੀਆ ਤਰੀਕਾ ਦੱਸਿਆ। ਅਸੀਂ ਆਪਣੇ ਬੱਚੇ ਨੂੰ ਬਹੁਤ ਕੁਛ ਲੈ ਕੇ ਦਿੰਦੇ, ਲੈਪਟਾਪ, ਆਈਪੈਡ, ਆਈਫੋਨਸ। ਉਹਨੂੰ ਜੇ ਅਸੀਂ ਨਾਲ ਪ੍ਰੇਰਨਾ ਕਰੀਏ ਵੀ ਤੁਹਾਨੂੰ ਸਾਰਾ ਕੁਛ ਮਿਲੂਗਾ, ਮਿਲਦਾ ਵੀ ਹੈਗਾ, ਪਰ ਨਾਲ ਪਾਠ ਵੀ ਕਰੋ, ਨਾਮ ਜਪੋ, ਸੇਵਾ ਕਰੋ। ਇਹ ਬਹੁਤ ਵਧੀਆ ਐਗਜ਼ਾਮਪਲ ਤੁਸੀਂ ਦੱਸਿਆ ਕਿ ਜਿਸ ਤਰ੍ਹਾਂ ਬੱਚੇ ਨੂੰ ਅਸੀਂ ਜੋੜ ਸਕਦੇ। ਇਸ ਕਰਕੇ ਸਾਰੇ ਮੈਸੇਜ ਦੁਨੀਆ ਭਰ ਜਾਂਦਾ ਮਾਪੇ ਨੂੰ, ਬੱਚੇ ਨੂੰ ਤੁਸੀਂ ਕਮਾਈ ਕਰਦੇ ਦਿਨ ਰਾਤ ਸਾਰਾ ਕੁਛ ਦਿੰਦੇ, ਪਰ ਨਾਲ ਸੇਵਾ ਤੇ ਸਿਮਰਨ ਵੀ ਦੇਣੀ ਚਾਹੀਦੀ। ਇਹ ਬਹੁਤ ਜ਼ਰੂਰੀ ਆ। ਤੁਸੀਂ ਦੇਖੋਗੇ ਥੱਲੇ ਗੁਰਦੁਆਰਾ ਸਾਹਿਬ ਵਿੱਚ ਸਾਰੇ ਬਜ਼ੁਰਗ ਹੀ ਹੁੰਦੇ ਨੇ, ਬਜ਼ੁਰਗ ਹੁੰਦੇ ਨੇ, ਜਵਾਨ ਕੋਈ ਨਹੀਂ ਹੁੰਦਾ। ਉਹ ਕਿਉਂ ਨਹੀਂ ਹੁੰਦਾ? ਕਿਉਂਕਿ ਆਪਣੇ ਬੱਚਿਆਂ ਨੂੰ ਆਪਾਂ ਸਹੀ ਟਾਈਮ ਤੇ ਲਗਾਇਆ ਨਹੀਂ ਹੁੰਦਾ। ਛੋਟੀ ਟਾਈਮ ਤੇ ਛੋਟੀ ਉਮਰ ਗਾਈਡ ਨਹੀਂ ਕੀਤਾ ਹੁੰਦਾ। ਆਪਾਂ ਛੋਟੀ ਟਾਈਮ ਹੁੰਦਾ ਬੱਚਾ ਕਹਿੰਦਾ ਸੋ ਰਿਹਾ, ਕਹਿੰਦਾ ਕੋਸ ਸੌਣ ਦੋ। ਕਿਉਂ ਸੌਣ ਦੋ? ਉਹਨੂੰ ਕਹੋ ਨਹੀਂ ਬੱਚਾ ਇਹ ਤੇਰਾ ਵੇਲਾ ਹੈਗਾ, 12 ਬਰਸ ਬਾਲਪਨ ਬੀਚੇ 20 ਬਰਸ ਕਰ ਤਪ ਨਾ ਕੀ। ਉਹਨੂੰ ਪੂਰਾ ਸਮਝਾਓ। ਗੁਰਬਾਣੀ ਲਿਖਿਆ 12 ਬਰਸ ਤੇਰੇ ਖੇਲ ਕੇ ਗੁੱਦ ਗਏ, 20 ਬਰਸ ਤੂੰ ਪੜ੍ਹ ਕੇ ਗੁੱਦ, ਫਿਰ ਨਾਮ ਕਦੋਂ ਜਪੇਗਾ ਤੂੰ? ਉਹਨੂੰ ਸਾਰੀ ਗੱਲਾਂ ਸਮਝਾਓ ਤਾਂ ਬੱਚੇ ਨੂੰ ਸਮਝ ਆਉਂਦੀ ਹੈ। ਛੋਟੀ ਬਹੁਤ ਬਹੁਤ ਧੰਨਵਾਦ ਜੀ। ਇਹਨੇ ਬਹੁਤ ਐਗਜ਼ਾਮਪਲ ਵਧੀਆ ਦਿੱਤਾ। ਇਹ ਅਰਦਾਸ ਕਰਦੇ ਇਸ ਤਰ੍ਹਾਂ ਸਾਰੇ ਮਾਪੇ ਨੇ ਦਾ ਐਗਜ਼ਾਮਪਲ ਫੋਲੋ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸੁਖਜਿੰਦਰ ਸਿੰਘ ਨਿੱਜਰ, ਚੇਅਰਮੈਨ ਪਬਲਿਕ ਤੇ ਮੀਡੀਆ ਰਿਲੇਸ਼ਨਸ਼ਿਪ। ਇਸ ਵੇਲੇ ਆਪਾਂ ਜੋ ਸਾਡੇ ਗੁਰੂ ਘਰ ਦੇ ਵਿੱਚ ਸਕੂਲ ਅਸੀਂ ਇੱਕ ਉਪਰਾਲਾ ਕੀਤਾ ਹੋਇਆ ਬਣਾਉਣ ਦੇ ਵਿੱਚ। ਇਸੇ ਵਿੱਚ ਸਾਡੇ ਕੋਲ ਕੋਈ ਅਬਾਰ 8 ਰੂਮ ਹੈਗੇ ਆ। ਇਹਨਾਂ 8 ਰੂਮਾਂ ਦੇ ਵਿੱਚ ਅਸੀਂ ਸਿਰਫ ਜੋ ਕਿ ਸਮਰ ਦੇ ਵਿੱਚ ਕੈਂਪ ਹੀ ਨਹੀਂ ਲਾਈਦਾ, ਇਹਨਾਂ ਨੂੰ 1 ਮਹੀਨਾ ਜਿਹੜਾ ਸਾਡਾ ਸਮਰ ਦਾ ਕੈਂਪ ਚੱਲਦਾ ਹੈ, ਜਦੋਂ ਸਕੂਲ ਆਫ ਹੁੰਦੇ ਨੇ, ਪੂਰੀ ਕੋਈ 200 ਤੋਂ 500 ਬੱਚੇ ਦੇ ਤਕਰੀਬਨ ਉਹ ਅਟੈਂਡ ਕਰਦੇ ਨੇ, ਜਿਹਦੇ ਵਿੱਚ ਗੁਰਬਾਣੀ ਦੀ ਸਿੱਖਿਆ, ਪੰਜਾਬੀ, ਗੁਰਮੁਖੀ ਤੇ ਰਾਗ ਮਾਲਾ, ਜਿਨ੍ਹਾਂ ਦੇ ਸਾਰੀ ਗੁਰਬਾਣੀ ਦੇ ਰਿਲੇਟਡ ਸਿੱਖਿਆ ਦਿੱਤੀ ਜਾਂਦੀ ਆ। ਜਿਹਦੇ ਵਿੱਚ ਸਹੀ ਹੁਣ ਤੁਸੀਂ ਦੇਖ ਹੀ ਰਹੇ ਹੋ ਕਿ ਵੱਖਰੇ ਵੱਖਰੇ ਰੂਮਾਂ ਵਿੱਚ ਵੱਖਰੇ ਵੱਖਰੇ ਇੱਕ ਬਿਲਕੁਲ ਹੀ ਸਕੂਲ ਦਾ ਮਾਹੌਲ ਹੁੰਦਾ। ਤੇ ਬੈਂਡ ਦੀਆਂ ਜਿਹੜੀਆਂ ਪੂਰੀਆਂ ਸੈਟਿੰਗਸ ਬਿਲਕੁਲ ਸਕੂਲ ਦੇ ਮਾਹੌਲ ਦੇ ਮੁਤਾਬਕ ਅਸੀਂ ਆਪਣੇ ਵੱਲੋਂ ਪੂਰਾ ਉਪਰਾਲਾ ਕਰਨ ਦੀ ਆਪਣੇ ਟਰਾਈ ਕੀਤੀ ਹੋਈ ਆ। ਤੇ ਵੱਖਰੇ ਵੱਖਰੇ ਰੂਮਾਂ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੀਆਂ ਮਤਲਬ ਜਿਹੜੀਆਂ ਆ ਅਸੀਂ ਜੋ ਤੁਹਾਨੂੰ ਰੂਮ ਦੇ ਵਿੱਚ ਦਿਖਾਉਣ ਦੀ ਟਰਾਈ ਕਰ ਰਹੇ ਹਾਂ। ਇਸ ਦੇ ਵਿੱਚ ਗੁਰਬਾਣੀ ਦੇ ਨਾਲ ਨਾਲ ਕੀਰਤਨ ਦੀ ਵੀ ਸਿੱਖਿਆ ਦਿੱਤੀ ਜਾਂਦੀ ਆ। ਸਾਡੇ ਇੱਕ ਬਹੁਤ ਹੀ ਪੁਰਾਣੇ ਸੇਵਾਦਾਰ ਨੇ, ਉਹਨਾਂ ਨੇ ਇਹ ਉਪਰਾਲਾ ਕੀਤਾ ਹੋਇਆ ਤੇ ਸਾਰੀ ਕਮੇਟੀ ਦੇ ਨਾਲ ਉਹ ਪੂਰਾ। ਹੁਣ ਤੁਹਾਨੂੰ ਬੀਬੀ ਜੀ ਸਾਡੇ ਜੋ ਇਹ ਸੇਵਾ ਨਿਭਾਉਂਦੇ ਨੇ ਉਹ ਤੁਹਾਨੂੰ ਥੋੜ੍ਹੀ ਜਿਹੀ ਜਾਣਕਾਰੀ ਦੇਣਗੇ। ਅਸੀਂ ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਵਾਸਤੇ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਹੈ ਕਿ ਜਿਹੜੀਆਂ ਸਾਡੀਆਂ ਸਿੱਖ ਫੈਮਲੀਆਂ ਉਹਨਾਂ ਵਾਸਤੇ ਅਸੀਂ ਗਰਮੀਆਂ ਦੇ ਵਿੱਚ ਸਮਰ ਕੈਂਪ ਵੀ ਲਾਉਂਦੇ ਹਾਂ, ਜਿਹਦੇ ਵਿੱਚ ਬੱਚਿਆਂ ਨੂੰ ਸਪੈਸ਼ਲ ਕੀਰਤਨ ਦੀਆਂ ਕਲਾਸਾਂ ਦਿੱਤੀਆਂ ਜਾਂਦੀਆਂ, ਪੰਜਾਬੀ ਦੀਆਂ ਕਲਾਸਾਂ ਦਿੱਤੀਆਂ ਜਾਂਦੀਆਂ। ਤੇ ਬਾਕੀ ਵੀਕਐਂਡ ਤੇ ਵੀ ਅਸੀਂ ਸ਼ੁੱਕਰ, ਸ਼ਨੀ, ਐਤਵਾਰ 3 ਦਿਨ ਬੱਚਿਆਂ ਨੂੰ ਕੀਰਤਨ ਦੀਆਂ ਕਲਾਸਾਂ ਦਿੰਦੇ ਹਾਂ, ਕੀਰਤਨ ਸਿਖਾਉਂਦੇ ਹਾਂ, ਜਿਹਦੇ ਨਾਲ ਕਿ ਬੱਚੇ ਬਹੁਤ ਵਧੀਆ ਢੰਗ ਨਾਲ ਕੀਰਤਨ ਸਿੱਖ ਰਹੇ ਆ। ਤੇ ਪੰਜਾਬੀ ਦੀਆਂ ਕਲਾਸਾਂ ਲਾਉਂਦੇ, ਪੰਜਾਬੀ ਵੀ ਬਹੁਤ ਵਧੀਆ ਢੰਗ ਨਾਲ ਬੱਚੇ ਸਿੱਖ ਰਹੇ ਆ ਤੇ ਬਹੁਤ ਅੱਗੇ ਜਾ ਰਹੇ ਆ। ਇਹਨਾਂ ਕਹਿੰਦੇ ਖੇਵਾਂ ਤੇ ਜੱਜ। ਹਾਂਜੀ, ਸ਼ੁੱਕਰ, ਸ਼ਨੀ ਤੇ ਐਤਵਾਰ ਜਿਹੜੀਆਂ ਕੀਰਤਨ ਦੀਆਂ ਕਲਾਸਾਂ ਉਹ 4 ਤੋਂ 6 ਲੱਗਦੀਆਂ, ਔਰ ਐਤਵਾਰ ਨੂੰ ਜਿਹੜੀ ਆ ਉਹ 12 ਤੋਂ 2 ਵਜੇ ਜਿਹੜੀ ਕੀਰਤਨ ਦੀ ਕਲਾਸ ਲੱਗਦੀ ਆ। ਇਸੇ ਤਰ੍ਹਾਂ ਹੀ ਪੰਜਾਬੀ ਦੀਆਂ ਕਲਾਸਾਂ ਸ਼ਾਮ ਨੂੰ 4 ਤੋਂ 6 ਵਜੇ ਤੱਕ ਲੱਗਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਨੂੰ ਬਹੁਤ ਖੁਸ਼ੀ ਹੈ ਕਿ ਸਾਰੇ ਸਿੱਖਿਆ ਨੂੰ ਟੀਮ ਨੂੰ ਬਹੁਤ ਵਧੀਆ ਟੂਰ ਦਿੱਤਾ ਗੁਰਦੁਆਰੇ ਸਾਹਿਬ ਦਾ। ਇਹ ਬਹੁਤ ਪੁਰਾਤਨ ਇਤਿਹਾਸਿਕ ਗੁਰਦੁਆਰਾ ਨਿਊਯਾਰਕ ਦਾ 1965 'ਚ ਸ਼ੁਰੂ ਹੋਇਆ। ਅਸੀਂ ਧੰਨਵਾਦ ਕਰਦੇ ਸਾਰੀ ਪ੍ਰਬੰਧਕ ਕਮੇਟੀ ਦਾ। ਤੁਸੀਂ ਇਹ ਡਾਕੂਮੈਂਟਰੀ ਬਣਾ ਕੇ ਗੁਰਦੁਆਰਾ ਸਾਹਿਬ ਦਿਖਾ ਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਕੁਲਦੀਪ ਸਿੰਘ ਢਿੱਲੋਂ, ਮੁੱਖ ਸੇਵਾਦਾਰ ਸੇਕਲ ਸੁਸਾਇਟੀ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਸਿੱਖ ਚੈਨਲ ਦਾ, ਕਿਉਂਕਿ ਮੈਨੂੰ ਜੋ ਪਤਾ ਲੱਗਾ ਹੈ ਕਿ ਇਹ ਇੱਕ ਨਿਰੋਲ ਧਾਰਮਿਕ ਚੈਨਲ ਹੈ ਜੋ ਕਿ
ਜਿੰਨੇ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਹਨ ਇਹ ਆਪਣੇ ਚੈਨਲ ਤੇ ਜੋ ਸਿੱਖੀ ਦਾ ਇਤਿਹਾਸ ਹੈ ਉਹ ਦਿਖਾਉਂਦੇ ਹਨ। ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਇਸ ਚੀਜ਼ ਦੀ ਵਧਾਈ ਦੇਣੀ ਚਾਹੁੰਦਾ ਹਾਂ ਅਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਦੂਸਰਾ, ਜਿਸ ਤਰ੍ਹਾਂ ਅਸੀਂ ਅੱਜ ਇਹ ਸਾਡੇ ਇੰਗਲੈਂਡ ਤੋਂ ਚੱਲ ਕੇ ਗੁਰੂ ਘਰ ਵਿੱਚ ਪਹੁੰਚੇ ਹਨ, ਕੱਲ੍ਹ ਮੈਂ ਦੇਖਿਆ ਸੀ ਕਿ ਜੋ ਇੱਥੇ ਅਸੀਂ ਨਗਰ ਕੀਰਤਨ ਕੱਢਿਆ ਸੀ ਉਸ ਵਿੱਚ ਇਹਨਾਂ ਨੇ ਪੂਰੀ ਰਿਕਾਰਡਿੰਗ ਕੀਤੀ ਸੀ। ਅਸੀਂ ਉਹਨਾਂ ਇਸ ਗੱਲੋਂ ਵੀ ਇਹਨਾਂ ਦੇ ਧੰਨਵਾਦੀ ਹਾਂ। ਦੂਜਾ, ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਇਹਨਾਂ ਨੇ ਅੱਜ ਆ ਕੇ ਗੁਰੂ ਘਰ ਵਿੱਚ ਪੂਰੇ ਗੁਰੂ ਘਰ ਦੀ ਡਾਕੂਮੈਂਟਰੀ ਫਿਲਮ ਤਿਆਰ ਕੀਤੀ ਆ, ਇਹ ਵੀ ਇੱਕ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ, ਕਿਉਂਕਿ ਜਦੋਂ ਇਹ ਇਹੋ ਜਿਹੀਆਂ ਚੀਜ਼ਾਂ ਇਕੱਠੀਆਂ ਕਰਕੇ ਚੈਨਲ 'ਤੇ ਸਾਡੇ ਆਪਣੀ ਸੰਗਤਾਂ ਨੂੰ ਘਰ ਬੈਠਿਆਂ ਨੂੰ ਦਿਖਾਉਣਗੇ, ਉਹਦੇ ਨਾਲ ਜਿਸ ਦੇ ਨਾਲ ਸਿੱਖਾਂ ਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਸਿੱਖ ਭਾਈਚਾਰਾ ਦੇਖੋ ਕਿੱਥੋਂ ਤੱਕ ਪਹੁੰਚ ਗਿਆ ਹੈ। ਇਹ ਸਾਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਸਾਡੇ ਹੋਰ ਵੀ ਵੀਰਾਂ ਨੇ ਦੱਸਿਆ ਹੀ ਹੈ ਸਭ ਕੁਝ, ਪਰ ਮੈਂ ਵੀ ਥੋੜ੍ਹੀ ਜਿਹੀ ਜਾਣਕਾਰੀ ਦੇਣੀ ਚਾਹੁੰਦਾ ਹਾਂ ਕਿ ਇਹ ਜੋ ਗੁਰੂ ਘਰ ਹੈ ਇਹ ਪਹਿਲਾ ਈਸਟ ਕੋਸਟ ਦਾ ਗੁਰੂ ਘਰ ਹੈ। ਇਸ ਤੋਂ ਬਾਅਦ ਮੇਰਾ ਖਿਆਲ ਹੈ ਗਿਣਤੀ ਵੀ ਨਹੀਂ ਕਰ ਸਕਦੇ ਕਿ ਕਿੰਨੇ ਗੁਰੂ ਘਰ ਮਹਾਰਾਜ ਸੱਚੇ ਪਾਤਸ਼ਾਹ ਦੇ ਬਣ ਚੁੱਕੇ ਹਨ। ਨਾਲ ਹੀ ਮੈਂ ਦੱਸਣਾ ਚਾਹੁੰਦਾ ਹਾਂ ਇਹ ਜੋ ਗੁਰੂ ਘਰ ਸਿੱਖ ਸੁਸਾਇਟੀ ਹੈ ਇਹ ਇੱਕ ਇਹੋ ਜਿਹਾ ਸਥਾਨ ਹੈ ਜੋ ਸਾਰਿਆਂ ਦਾ ਸਾਂਝਾ ਸਥਾਨ ਹੈ। ਤੁਸੀਂ ਦੇਖਿਆ ਹੋਵੇਗਾ ਕਿ ਕੋਈ ਆਪਣੇ ਵੀਰ ਕੋਈ ਨਾਂ ਰੱਖ ਲੈਂਦੇ ਹਨ ਜਾਤੀ ਬਰਾਦਰੀ ਦੇ, ਮੈਂ ਇਤਰਾਜ਼ ਨਹੀਂ ਕਰਦਾ, ਪਰ ਉਹ ਵੇਖਣ ਵਿੱਚ ਐਡਾ ਸੋਹਣਾ ਨਹੀਂ ਲੱਗਦਾ, ਕਿਉਂਕਿ ਸਾਡੇ ਗੁਰੂਆਂ ਨੇ ਤੇ ਇੱਕ ਸਾਨੂੰ ਹੁਕਮ ਕੀਤਾ ਸੀ ਕਿ ਅਸੀਂ ਸਾਰੇ ਇੱਕ ਹਾਂ, ਸਾਡੀ ਕੋਈ ਜਾਤ ਸਾਡੀ ਕੋਈ ਪਾਤ ਨਹੀਂ ਹੈ, ਕੋਈ ਸਾਡਾ ਹੋਰ ਵਖਰੇਵਾ ਨਹੀਂ ਹੈ, ਅਸੀਂ ਸਿੱਖ ਹਾਂ। ਜੇ ਮੇਰੀ ਇਸ ਬੇਨਤੀ ਨੂੰ ਵੀ ਕਿਤੇ ਸਾਰੇ ਗੁਰੂ ਘਰ ਮੰਨ ਕੇ ਕੋਈ ਇਹੋ ਜਿਹਾ ਗੁਰੂਆਂ ਦੇ ਨਾਂ 'ਤੇ ਨਾਂ ਰੱਖ ਲੈਣ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੀ ਹੋਰ ਵੀ ਚੜ੍ਹਦੀ ਕਲਾ ਕਰੇਗਾ। ਦੂਸਰਾ, ਇਹ ਜੋ ਸਥਾਨ ਹੈ, ਜਿਸ ਤਰ੍ਹਾਂ ਕੋਈ ਵੀ ਇੰਡੀਆ ਤੋਂ ਚੱਲ ਕੇ ਆਉਂਦਾ ਹੈ ਜਾਂ ਦੂਜੀਆਂ ਸਟੇਟਾਂ ਤੋਂ ਚੱਲ ਕੇ ਆਉਂਦਾ ਹੈ ਜਾਂ ਕਿਤੇ ਵੀ ਆ ਕੇ ਉਸ ਨੂੰ ਜਗ੍ਹਾ ਚਾਹੀਦੀ ਹੁੰਦੀ ਹੈ, ਉਹ ਸਾਡੇ ਕੋਲ 1 ਦਿਨ 2 ਦਿਨ ਲੋੜ ਮੁਤਾਬਕ ਅਸੀਂ ਦੇਖ ਕੇ ਉਹਨਾਂ ਦੀ ਆਈਡੀ ਲੈ ਕੇ ਉਹਨਾਂ ਨੂੰ ਜਗ੍ਹਾ ਦੇ ਦਿੰਦੇ ਹਾਂ। ਔਰ ਜੋ ਇੱਥੋਂ ਦਾ ਲੰਗਰ ਦਾ ਪ੍ਰਬੰਧ ਹੈ, ਮੇਰੇ ਵੀਰ ਜੋ ਇੰਚਾਰਜ ਸੀ ਸਾਡੇ ਲੰਗਰ ਇੰਚਾਰਜ, ਉਹਨਾਂ ਨੇ ਬਹੁਤ ਸੰਖੇਪ 'ਚ ਦੱਸਿਆ ਹੈ ਇੱਥੇ ਕੋਈ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੈ, ਕਿਉਂਕਿ ਜਿਹੜਾ ਸਾਡੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ 20 ਰੁਪਈਏ ਤੋਂ ਲੰਗਰ ਸਟਾਰਟ ਕੀਤਾ ਸੀ। ਕਈ ਵਾਰੀ ਸੋਚ ਕੇ ਉਹ ਗੁਰੂਆਂ ਨੂੰ ਨਮਸਕਾਰ ਕਰਨ ਨੂੰ ਜੀ ਕਰਦਾ ਹੈ, ਸੋਚ ਵੀ ਆਉਂਦੀ ਹੈ ਕਿ ਦੇਖੋ ਕਿ ਆਪਾਂ ਸਾਡੇ ਘਰ 2 4 5 10 ਜਣੇ ਲੋਕ ਆ ਜਾਣ ਤੇ ਕਿੰਨੀ ਭੱਜ ਨੱਠ ਪੈਂਦੀ ਹੈ। ਇਹ ਇੱਕ ਇਹੋ ਜਿਹਾ ਗੁਰੂ ਸਾਡੇ ਸਾਨੂੰ ਬਖਸ਼ਿਸ਼ ਕਰ ਗਏ ਹਨ ਕਿ ਲੰਗਰ ਸਵੇਰੇ ਇੱਥੇ 4 ਤੋਂ ਲੈ ਕੇ ਰਾਤ 10 11 ਲੋੜ ਮੁਤਾਬਕ ਫਿਰ ਵੀ ਲੋੜ ਪੈ ਜਾਵੇ ਫਿਰ ਵੀ ਇਸ ਗੁਰੂ ਘਰ ਵਿੱਚ ਨਾ ਨਹੀਂ ਕੀਤੀ ਜਾਂਦੀ। ਇਹ ਬਹੁਤ ਸੱਚੇ ਪਾਤਸ਼ਾਹ ਦੀ ਕਿਰਪਾ ਹੈ, ਬਹੁਤ ਵੱਡੀ ਸਾਨੂੰ ਸਤਿਗੁਰੂ ਨਾਨਕ ਦੀ ਦੇਣ ਹੈ। ਮੈਂ ਦੁਬਾਰਾ ਸਾਡੇ ਹੈੱਡ ਗ੍ਰੰਥੀ ਸਾਹਿਬ ਜੋ ਕਿ ਇੱਥੇ ਜਿਹੜੇ ਇੰਨੇ ਵੱਡੇ ਪ੍ਰੋਗਰਾਮ ਹੁੰਦੇ ਹਨ, ਕਈ ਵਾਰੀ ਅਸੀਂ ਆਪਣੀ ਕਮੇਟੀ 'ਚ ਵਿਚਾਰ ਵੀ ਕਰਦੇ ਹਨ ਕਿ ਕਿਸ ਤਰ੍ਹਾਂ ਦੇਖੋ ਇਹਨਾਂ 'ਤੇ ਵੀ ਬਖਸ਼ਿਸ਼ ਹੈ, ਕਿਸ ਤਰ੍ਹਾਂ ਇਹ ਆਪੇ ਹੀ ਹੈਂਡਲ ਕਰ ਲੈਂਦੇ ਹਨ। ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ, ਸੰਗਤਾਂ ਦਾ ਸੰਯੋਗ ਹੋ ਜਾਂਦਾ ਹੈ, ਔਰ ਬਹੁਤ ਸੱਜੇ ਢੰਗ ਨਾਲ ਸਾਡੇ ਬਾਕੀ ਦੇ ਵੀ ਜਿੰਨੇ ਇਹਨਾਂ ਦੇ ਨਾਲ ਵਜ਼ੀਰ ਹਨ ਬਹੁਤ ਤਹਿ ਦਿਲੋਂ ਸੱਚੇ ਦਿਲੋਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਕਰਕੇ ਗੁਰੂ ਘਰ ਵਿੱਚ ਸੇਵਾ ਨਿਭਾਉਂਦੇ ਹਨ। ਅਸੀਂ ਇਹਨਾਂ ਦੇ ਵੀ ਬਹੁਤ ਬਹੁਤ ਧੰਨਵਾਦੀ ਹਾਂ। ਨਾਲ ਹੀ ਮੈਂ ਦੁਬਾਰਾ ਇੱਥੋਂ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਅਤੇ ਸਮੁੱਚੀ ਸੰਗਤ ਵੱਲੋਂ ਇਹ ਜੋ ਸਾਡੇ ਸਿੱਖ ਚੈਨਲ ਵਾਲੇ ਵੀਰ ਹਨ ਇਹਨਾਂ ਦੀ ਵੀ ਅਸੀਂ ਅਰਦਾਸ ਕਰਦੇ ਹਾਂ ਕਿ ਰੱਬ ਇਹਨਾਂ ਦੀ ਚੜ੍ਹਦੀ ਕਲਾ ਕਰੇ ਅਤੇ ਸਿੱਖੀ ਨੂੰ, ਕਿਉਂਕਿ ਮੀਡੀਆ ਦਾ ਬੜਾ ਯੋਗਦਾਨ ਹੁੰਦਾ ਹੈ, ਜੇ ਇਹ ਸਾਰਾ ਕੁਝ ਇਸ ਤਰ੍ਹਾਂ ਡਾਕੂਮੈਂਟਰੀ ਫਿਲਮਾਂ ਬਣਾ ਕੇ ਸਾਡੇ ਬੱਚਿਆਂ ਨੂੰ ਅੱਗੇ ਤੋਂ ਅੱਗੇ ਦਿਖਾਉਣਗੇ, ਉਹ ਵੀ ਸਾਡੇ ਸਿੱਖ ਧਰਮ ਨਾਲ ਵੀ ਜੋੜਨਗੇ ਤੇ ਗੁਰੂ ਘਰ ਨਾਲ ਵੀ ਜੋੜਨਗੇ। ਨਾਲ ਹੀ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਦੀ ਸਿੱਖ ਸੰਗਤ ਜੋ ਸਿੱਖ ਚੈਨਲ ਟੀਵੀ ਦੇਖ ਰਹੀ ਹੈ, ਅਸੀਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਤੁਸੀਂ ਇਸ ਸਮੇਂ ਗੁਰੂ ਘਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਭਾਵੇਂ ਤੁਸੀਂ ਆਪਣੇ ਘਰਾਂ ਵਿੱਚ ਬੈਠੇ ਹੋ, ਪਰ ਇਸ ਟੀਵੀ ਚੈਨਲ ਦੇ ਮਾਧਿਅਮ ਤੁਹਾਡੇ ਸਿੱਖ ਕਲਚਰ ਸੋਸਾਇਟੀ ਦੇ ਵਿੱਚ ਅੱਜ ਹਾਜ਼ਰੀ ਲੱਗ ਰਹੀ ਹੈ। ਜਿਹੜਾ ਟਰਾਈ ਸਟੇਟ ਦਾ ਕੇਂਦਰੀ ਅਸਥਾਨ ਹੈ, ਇਹ ਗੁਰਦੁਆਰਾ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ ਹੈ। ਸੰਸਾਰ ਭਰ ਦੇ ਵਿੱਚ ਇਸ ਸੰਸਥਾ ਦਾ, ਇਸ ਅਸਥਾਨ ਦਾ ਨਾਂ ਹੈ ਜਿੱਥੇ ਗੁਰਦੁਆਰਾ ਸਾਹਿਬ ਧਾਰਮਿਕ ਕਾਰਜਾਂ ਵਾਸਤੇ ਹਰ ਥਾਂ ਦੇ ਉੱਤੇ ਯਤਨਸ਼ੀਲ ਰਹਿੰਦਾ ਹੈ। ਉੱਥੇ ਰਾਜਨੀਤਿਕ ਤੌਰ ਦੇ ਉੱਤੇ ਔਰ ਸਾਡੇ ਪੰਥਕ ਕਾਰਜ ਜਿਹੜੇ ਹਨ, ਭਾਵੇਂ ਹਿੰਦੁਸਤਾਨ ਦੇ ਵਿੱਚ ਕੋਈ ਘਟਨਾ ਘਟਦੀ ਹੈ, ਉਹ ਭਾਵੇਂ ਅਕਾਲ ਤਖਤ ਸਾਹਿਬ ਹੋਵੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਮਸਲਾ ਹੋਵੇ, ਜਾਂ ਰਾਜਸੀ ਜਿਹੜੇ ਸਾਡੇ ਵੀਰ ਜਿਹੜੇ ਕੌਮ ਦੀ ਆਜ਼ਾਦੀ ਵਾਸਤੇ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਦੀ ਰਿਹਾਈ ਦੀ ਗੱਲ ਹੋਵੇ,
ਗੱਲ ਉੱਥੇ ਹੁੰਦੀ ਹੈ ਤੇ ਇੱਥੇ ਆਣ ਕੇ ਜਿਹੜਾ ਹੈ ਉਹਦਾ ਅਸਰ ਹੁੰਦਾ ਹੈ ਔਰ ਇੱਥੋਂ ਆਵਾਜ਼ ਜਿਹੜੀ ਉਹ ਸੰਸਾਰ ਦੇ ਕੋਨੇ-ਕੋਨੇ ਤੱਕ ਜਾਂਦੀ ਹੈ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ, ਜਿੱਥੇ ਅੱਜ ਮੈਂ ਸਮਝਦਾ ਹਾਂ ਕਿ ਸਾਡੇ ਵੱਡੇ ਭਾਗ ਨੇ ਕਿ ਯੂਕੇ ਤੋਂ ਵੀਰ ਜਿਹੜੇ ਨੇ ਸਿੱਖ ਚੈਨਲ ਵਾਲੇ ਆਏ ਨੇ ਔਰ ਸਾਡੇ ਸਾਰੇ ਪ੍ਰੋਗਰਾਮ ਨੂੰ ਉਹ ਕਵਰ ਕਰ ਰਹੇ ਨੇ। ਸਿੱਖ ਚੈਨਲ ਜਿਹੜਾ ਟੀਵੀ ਚੈਨਲ ਹੈ, ਮੈਂ ਸਮਝਦਾ ਇਹ ਵੀ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ ਹੈ। ਸੰਸਾਰ ਵਿੱਚ ਇਸ ਚੈਨਲ ਨੇ ਆਪਣੀ ਥਾਂ ਬਣਾਈ ਹੈ। ਧਰਮ ਦੇ ਕਾਰਜ, ਧਰਮ ਦੇ ਪ੍ਰਚਾਰ ਪ੍ਰਸਾਰ ਦੇ ਕਾਰਜ ਜਿਹੜੇ ਹਨ ਤਨਦੇਹੀ ਦੇ ਨਾਲ, ਬਹੁਤ ਇਮਾਨਦਾਰੀ ਦੇ ਨਾਲ ਇਹਨਾਂ ਵੀਰਾਂ ਵੱਲੋਂ ਨਿਭਾਏ ਜਾ ਰਹੇ ਹਨ। ਕੋਈ ਪੰਥਕ ਮਸਲਾ ਹੋਵੇ, ਕੌਮੀ ਕਾਰਜ ਹੋਵੇ, ਕੌਮ ਦੀ ਕਿਤੇ ਵੀ ਆਵਾਜ਼ ਦੀ ਬੁਲੰਦ ਕਰਨ ਦੀ ਗੱਲ ਹੋਵੇ, ਇਹ ਵੀਰ ਸਭ ਤੋਂ ਪਹਿਲਾਂ ਉੱਥੇ ਪਹੁੰਚਦੇ ਨੇ। ਅਸੀਂ ਇਹਨਾਂ ਦਾ ਜਿੰਨਾ ਧੰਨਵਾਦ ਕਰੀਏ, ਚੈਨਲ ਕਰਕੇ ਨਹੀਂ, ਜਿਹੜੀ ਇਹਨਾਂ ਦੇ ਅੰਦਰ ਸਿੱਖੀ ਸਪਿਰਿਟ ਹੈ, ਜਿਹੜੀ ਇਹਨਾਂ ਦੇ ਅੰਦਰ ਸਾਡਾ ਕੌਮੀ ਜਜ਼ਬਾ ਹੈ, ਜਿਹੜਾ ਇਹਨਾਂ ਦੇ ਅੰਦਰ ਪੰਥ ਪ੍ਰਤੀ ਪਿਆਰ ਹੈ, ਧਰਮ ਪ੍ਰਤੀ ਜਿਹੜੀ ਇਮਾਨਦਾਰੀ ਹੈ, ਉਹਨੂੰ ਅਸੀਂ ਨਮਸਕਾਰ ਕਰਦੇ ਹਾਂ। ਔਰ ਸਿੱਖ ਚੈਨਲ ਜਿਹੜਾ ਹੈ ਇਸੇ ਤਰ੍ਹਾਂ ਬੁਲੰਦੀਆਂ ਨੂੰ ਛੂਹੇ। ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਇਸ ਚੈਨਲ ਦਾ ਹਿੱਸਾ ਬਣੋ ਔਰ ਆਪਣੀ ਕੋਈ ਵੀ ਜਿਹੜੀ ਵਿਚਾਰ ਹੁੰਦੀ ਹੈ ਧਰਮ ਪ੍ਰਤੀ, ਉਹ ਇਹਨਾਂ ਤੱਕ ਸੁਝਾਅ ਰੂਪ ਵਿੱਚ ਪਹੁੰਚਾਓ ਔਰ ਇਹਨਾਂ ਦੇ ਕੋਲੋਂ ਵੀ ਤੁਸੀਂ ਫਾਇਦਾ ਉਠਾਓ, ਤਾਂ ਕਿ ਕੌਮ ਜਿਹੜੀ ਹੈ ਉਹ ਹੋਰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ। ਫਿਰ ਤੋਂ ਅਸੀਂ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਦੀ ਧਰਤੀ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਇਹਨਾਂ ਨੂੰ ਜੀ ਆਇਆਂ ਆਖਦੇ ਹਾਂ। ਜਿਵੇਂ ਸਾਡੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਕੁਲਦੀਪ ਸਿੰਘ ਜੀ ਢਿੱਲੋਂ, ਉਹਨਾਂ ਨੇ ਸਾਰੇ ਗੁਰੂ ਘਰ ਵਾਸਤੇ ਵੀ ਆਪ ਜੀ ਨੂੰ ਦੱਸ ਦਿੱਤਾ ਹੈ ਔਰ ਇੱਥੋਂ ਦੇ ਜਿਹੜੇ ਕਾਰਜ ਨੇ ਹਰ ਸਮੇਂ ਇਸ ਗੁਰੂ ਘਰ ਦੇ ਦਰਵਾਜ਼ੇ ਖੁੱਲ੍ਹੇ ਰਹਿੰਦੇ ਨੇ। ਅਸੀਂ ਕਦੇ ਦਰਵਾਜ਼ਾ ਬੰਦ ਨਹੀਂ ਕਰਦੇ। ਏਅਰਪੋਰਟ ਲਾਗੇ ਹਨ, ਇੰਟਰਨੈਸ਼ਨਲ ਏਅਰਪੋਰਟ ਹਨ। ਕੋਈ ਦੁਨੀਆ ਦੇ ਕੋਨੇ ਦੇ ਵਿੱਚੋਂ ਇਹ ਨਹੀਂ ਵੀ ਸਿੱਖ ਹੀ ਜਿਹੜਾ ਮਰਜ਼ੀ ਆਵੇ, ਜਿਹਦੇ ਵਾਸਤੇ ਕਿਤੇ ਕੋਈ ਥਾਂ ਨਹੀਂ, ਉਹਨੂੰ ਇਸ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਥਾਂ ਮਿਲਦੀ ਹੈ। ਲੰਗਰ 24 ਘੰਟੇ ਚੱਲਦਾ ਹੈ ਔਰ ਹਰ ਸਮੇਂ ਤੁਸੀਂ ਆ ਕੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ ਸਕਦੇ ਹੋ। ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ। ਵਿਦੇਸ਼ਾਂ ਵਿੱਚ ਅਸੀਂ ਬੈਠੇ ਹਾਂ, ਕਈ ਵਾਰ ਇਹੋ ਜਿਹੀਆਂ ਘਟਨਾਵਾਂ ਘਟ ਜਾਂਦੀਆਂ ਨੇ, ਕਿਸੇ ਦੇ ਨਾਲ ਕੋਈ ਇਹੋ ਜਿਹੀ ਟ੍ਰੈਜਡੀ ਹੋ ਜਾਂਦੀ ਹੈ ਕਿ ਉਹਨਾਂ ਦੇ ਪਰਿਵਾਰ ਦੇ ਜੀਅ ਨਾ ਵੀ ਹੋਣ, ਤਾਂ ਅਸੀਂ ਉਹਨਾਂ ਦੇ ਪਰਿਵਾਰ ਦੇ ਜੀਅ ਬਣ ਕੇ ਉਹਨਾਂ ਦੇ ਨਾਲ ਖਲੋਨੇ ਹਾਂ ਔਰ ਉਹਨਾਂ ਦੀ ਹਰ ਪ੍ਰਕਾਰ ਦੇ ਮਦਦ ਕਰਦੇ ਹਾਂ। ਇਹ ਆਵਾਜ਼ ਅਸੀਂ ਸਿੱਖ ਚੈਨਲ ਰਾਹੀਂ ਸੰਸਾਰ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ ਕਿ ਇਹ ਜਿਹੜੀਆਂ ਪਰੰਪਰਾਵਾਂ ਸਾਡੇ ਗੁਰੂ ਸਾਹਿਬ ਨੇ ਪਾਈਆਂ ਨੇ, ਇਹਨਾਂ ਨੂੰ ਅਸੀਂ ਸੰਸਾਰ ਅੰਦਰ ਇਦਾਂ ਹੀ ਚਲਾਏਮਾਨ ਰੱਖੀਏ ਔਰ ਇਸ ਚੈਨਲ ਦਾ ਹਿੱਸਾ ਬਣੀਏ। ਫਿਰ ਤੋਂ ਬਹੁਤ ਬਹੁਤ ਮੁਬਾਰਕਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਸਿੱਖ ਚੈਨਲ ਦੇ ਜਿਹੜੇ ਨਿਊਯਾਰਕ 'ਚ ਪਹੁੰਚੇ ਹਨ ਔਰ ਨਿਊਯਾਰਕ ਨੂੰ ਕਵਰ ਕਰ ਰਹੇ ਹਨ, ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ, ਜਿਹੜਾ ਵੱਖ-ਵੱਖ ਥਾਵਾਂ ਤੇ ਇਹ ਪਹੁੰਚ ਕੇ ਆਪਣੀ ਜ਼ਿੰਮੇਵਾਰੀ ਸਮਝਦੇ ਹਨ ਔਰ ਸਿੱਖਾਂ ਦੇ ਨਾਲ ਹਮਦਰਦੀ ਸਮਝਦੇ ਹਨ ਤੇ ਪਹੁੰਚਦੇ ਹਨ। ਤੇ ਮੈਂ ਇਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਹਾਂ ਤੇ ਮੈਂ ਸਾਰੀ ਸੰਗਤ ਅੱਗੇ ਅਪੀਲ ਕਰਦਾ ਹਾਂ ਕਿ ਇਸ ਸੰਗਤ ਨੂੰ ਇਸ ਚੈਨਲ ਨੂੰ, ਸਿੱਖ ਚੈਨਲ ਨੂੰ ਆਪ ਜੀ ਸਪੋਰਟ ਕਰੋ। ਇਹਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਇਹਨੂੰ ਪੂਰੀ ਸਪੋਰਟ ਦੇਵੋ ਤੇ ਸਾਰੇ ਹੀ ਸੰਯੋਗ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕੋ, ਇਹ ਤੁਹਾਨੂੰ ਅਸੀਂ ਡਾਕੂਮੈਂਟਰੀ ਦਿਖਾ ਲਈ ਆ ਸਿੱਖ ਕਲਚਰ ਗੁਰਦੁਆਰਾ ਜਿਹੜਾ ਹੈ ਰਿਚਮੰਡ ਹਿੱਲ, ਨਿਊਯਾਰਕ, USA। ਤੇ ਤੁਸੀਂ ਵੀ ਆਪਣੇ ਵਿਚਾਰ ਭੇਜਣੇ ਤੇ ਵੱਧ ਤੋਂ ਵੱਧ ਸਿੱਖ ਚੈਨਲ ਦੀ ਸਪੋਰਟ ਕਰਨੀ। ਇੱਥੇ ਸਮਾਪਤੀ ਕਰਦੇ ਹਾਂ। ਮੈਂ ਜਗਤਾਰ ਸਿੰਘ ਨਿੱਜਰ ਨਾਲ ਸਰਦਾਰ ਦਵਿੰਦਰ ਸਿੰਘ ਬੱਲ, ਕੈਮਰਾਮੈਨ ਸਰਦਾਰ ਤਲਵਿੰਦਰ ਸਿੰਘ ਲਾਲੀ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।